ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਭਾਈ ਮਹਾਰਾਜ ਨੇ ਆਪਾਂ ਨੂੰ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਇਹ satsang ਘੜੀਆਂ ਬਖਸ਼ਿਸ਼ ਕੀਤੀਆਂ ਹਨ। ਵਡਭਾਗੀ ਮਾਈ ਭਾਈ ਗੁਰੂ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਵੰਸ਼ ਉਹਨਾਂ ਦੀ 12ਵੀਂ ਪੀੜ੍ਹੀ ਦੇ ਵਿੱਚ ਜੋ ਬਹੁਤ ਹੀ ਮਹਾਨ ਰੂਹ ਗੁਰਮੁਖ ਪਿਆਰੇ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਜਿਨ੍ਹਾਂ ਨੇ ਗੁਰਮੁਖੋ 12ਵੀਂ ਪੀੜ੍ਹੀ ਵਿੱਚ ਜਨਮ ਲਿਆ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੇ। ਤੇ ਸੋਹਣਾ ਸੁੰਦਰ ਉਹਨਾਂ ਇਤਿਹਾਸ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਸ਼ ਵੰਸ਼ ਬਾਬਾ ਪ੍ਰੇਮ ਸਿੰਘ ਜੀ ਬੇਦੀ ਉਹਨਾਂ ਕਿਹਾ ਵੀ ਹੇ ਸੰਤ ਰੇਣ ਪ੍ਰੇਮ ਸਿੰਘ ਜੀ ਤੁਸੀਂ ਵਿਦਵਾਨ ਹੋ ਔਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਵੰਸ਼ ਵਿੱਚੋਂ ਹੋ। ਆਪ ਜੀ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਲਿਖਣਾ ਕਰੋ। ਬਾਬਾ ਪ੍ਰੇਮ ਸਿੰਘ ਜੀ ਬੇਦੀ ਸਰੋਤੇ ਬਣੇ। ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰਿਹਣ ਵੰਸ਼ ਇਹ ਫਿਰ ਇਤਿਹਾਸ ਲਿਖਵਾਇਆ ਜੋ ਕਿ ਇਹਨਾਂ ਦੇ ਵਡੇਰੇ ਬਾਬਾ ਵਿਨੋਦ ਸਿੰਘ ਜੀ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ 5 ਪਿਆਰਿਆਂ ਨੂੰ ਭੇਜਿਆ ਕਿ ਬੰਦਾ ਸਿੰਘ ਇਹਨਾਂ 5 ਦੇ ਅਧੀਨ ਰਹਿਣਾ ਹੈ। ਉਹਨਾਂ 5 ਪਿਆਰਿਆਂ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਵੰਸ਼ ਬਾਬਾ ਵਿਨੋਦ ਸਿੰਘ ਜੀ ਸਨ ਔਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਵੰਸ਼ ਬਾਬਾ ਕਾਹਨ ਸਿੰਘ ਜੀ ਸਨ। ਤੋ ਇਹ ਬਾਬਾ ਵਿਨੋਦ ਸਿੰਘ ਜੀ ਨੇ ਇਤਿਹਾਸ ਜਿਹੜਾ ਹੈ ਸਾਖੀ ਰੂਪ ਵਿੱਚ ਲਿਖਿਆ ਸੀ ਜਿਹਦਾ ਆਧਾਰ ਬਣਾ ਕਰਕੇ ਫਿਰ ਸੰਤ ਰੇਣ ਪ੍ਰੇਮ ਸਿੰਘ ਜੀ ਨੇ ਇਹ ਇਤਿਹਾਸ ਲਿਖਿਆ ਹੈ ਜਿਸ ਗ੍ਰੰਥ ਦਾ ਨਾਮ ਹੈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇਹ 10 ਮਹੱਲਿਆਂ ਰੂਪ ਦੇ ਵਿੱਚ 10 ਗੁਰੂਆਂ ਦਾ ਇਤਿਹਾਸ ਇਹ ਸਾਰਾ ਗ੍ਰੰਥ ਇੱਕ ਗੁਰਪੁਰੀ ਹੈ ਤੇ ਜਿਹੜੇ 10 ਗੁਰੂ ਸਾਹਿਬਾਨ 10 ਮਹੱਲਾ ਰੂਪ ਕਹਿ ਕੇ
ਫਿਰ ਮਹੱਲੇ ਦੇ ਵਿੱਚ ਵੱਖ-ਵੱਖ ਘਰ ਹੁੰਦੇ ਹਨ। ਤੋ ਇਸ ਤਰ੍ਹਾਂ ਸੰਤ ਰੇਣ ਜੀ ਨੇ ਇਹ ਗ੍ਰੰਥ ਦੀ ਜਿਹੜੀ ਵੰਡ ਕੀਤੀ ਹੈ। ਤੋ ਆਪਾਂ ਪਹਿਲੇ ਮਹੱਲੇ ਦੇ 17ਵੇਂ ਘਰ ਤੱਕ ਜਿਹੜੇ ਪ੍ਰਸੰਗ ਹੈ, ਭਾਵ 17ਵੇਂ ਘਰ ਦੇ ਕੱਲ ਸਰਵਣ ਕੀਤੇ ਹੈ, ਜੋ ਕਿ ਭਾਈ ਮਰਦਾਨਾ ਜੀ ਨੂੰ ਸਤਿਗੁਰਾਂ ਕਿਹਾ, ਮਰਦਾਨਿਆ ਜੇ ਚਾਹੁੰਦਾ ਘਰ ਜਾਇਆ ਮਿਲਿਆ, ਕੋਈ ਕੰਮ ਕਾਜ ਕਰਿਆ, ਫਿਰ ਆਪਾਂ ਚੱਲਣਾ ਹੈ। ਕਹਿਣ ਲੱਗਿਆ ਮਹਾਰਾਜ ਹੋਰ ਤਾਂ ਕੋਈ ਕੰਮ ਨਹੀਂ, ਲੜਕੀ ਵਿਆਹਣ ਵਾਲੀ ਹੈ, ਉਹ ਕਾਰਜ ਹੋ ਜੇ ਫਿਰ ਮਹਾਰਾਜ ਜਿੱਥੇ ਮਰਜ਼ੀ ਲਈ ਫਿਰਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਭਾਈ ਭਗੀਰਥ ਜੀ ਨੂੰ, ਤੇ ਜੋ ਭਾਈ ਭਗੀਰਥ ਜੀ ਮਲਸੀਹਾਂ ਨਗਰ ਦੇ ਸਨ, ਕਾਲਕਾ ਦੇਵੀ ਦੇ ਪੁਜਾਰੀ ਸੀ, ਇਉਂ ਰੋਜ਼ ਜਾ ਕੇ ਸੇਵਾ ਕਰਦੇ, ਬਹੁਤ ਭਾਵਨਾ ਨਾਲ ਅਰਦਾਸ ਕਰਦਾ ਵੀ ਇਹ ਦੇਵੀ ਮੈਨੂੰ ਮੁਕਤੀ ਦਾਨ, ਗਿਆਨ ਦੀ ਬਖਸ਼ਿਸ਼ ਕਰ। ਸਾਰੀ ਰਾਤ ਇੱਕ ਦਿਨ ਉੱਥੇ ਹੀ ਬੈਠਾ ਰਿਹਾ। ਜਦੋਂ ਆਲਸਾਈ ਨੀਂਦ ਆ ਗਈ ਅੱਧੀ ਰਾਤ ਨੂੰ, ਇਹਨੂੰ ਸੁਪਨੇ ਵਿੱਚ ਫਿਰ ਇਉਂ ਸਾਰਾ ਕੁਝ ਮਹਿਸੂਸ ਹੋਇਆ ਜਾਂ ਦੱਸਿਆ ਵੀ ਦੇਵੀ ਨੇ ਆ ਕੇ ਕਿਹਾ, ਭਗੀਰਥ ਪਦਾਰਥ ਤੇ ਮੈਂ ਦੇ ਸਕਦੀ ਹਾਂ, ਪਰ ਜਿਹੜਾ ਤੂੰ ਮੰਗ ਰਿਹਾ ਨਾ ਗਿਆਨ ਔਰ ਮੁਕਤੀ, ਇਹ ਮਹਾਨ ਪਦਾਰਥ, ਇਹ ਤਾਂ ਸਮਰੱਥ ਪੁਰਸ਼ ਹੀ ਦੇ ਸਕਦਾ ਹੈ, ਜੋ ਅਕਾਲ ਪੁਰਖ ਦਾ ਸਰੂਪ ਸੁਲਤਾਨਪੁਰ ਦੇ ਵਿੱਚ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਫਿਰ ਤੂੰ ਉਹਨਾਂ ਦੇ ਚਰਨੀ ਜਾ ਲੱਗ। ਇਸ ਤਰ੍ਹਾਂ ਭਾਈ ਭਗੀਰਥ ਸਤਿਗੁਰਾਂ ਦੇ ਚਰਨੀ ਲੱਗਿਆ। ਉਸ ਭਾਈ ਭਗੀਰਥ ਨੂੰ ਮਹਾਰਾਜ ਨੇ ਮਾਇਆ ਦੇ ਕੇ ਤੋਰਿਆ ਕਿ ਲਾਹੌਰ ਜਾ ਕੇ ਸਾਰਾ ਜਿਹੜਾ ਹੈ ਸਮਾਨ ਲਿਆ, ਕਿਉਂਕਿ ਜੋ ਕੁਝ ਮੋਦੀਖਾਨੇ ਵਿੱਚ ਸੀ ਉਹ ਤੇ ਇਹਦਾ ਜਿਵੇਂ ਕੁਝ ਸਪੈਸ਼ਲ ਵਿਆਹ ਕਾਰਜਾਂ ਦੇ ਲੋੜ ਹੁੰਦੀ ਹੈ। ਉੱਥੇ ਫਿਰ ਵਪਾਰੀ ਭਾਈ ਮਨਸੁਖ ਨੂੰ ਮਿਲਿਆ। ਮਨਸੁਖ ਦੇ ਕੋਲੇ ਮਹਾਰਾਜ ਦਾ ਬਚਨ ਵੀ ਦੱਸਦਾ ਕਿ ਭਾਈ ਮਨਸੁਖ ਮੈਂ ਇੱਕ ਰਾਤ ਰਹਿ ਸਕਦਾ, ਉਦੋਂ ਵੱਧ ਨਹੀਂ। ਉਹ ਕਹਿੰਦਾ ਇਹ 2 ਤਾਂ ਘੱਟੋ ਘੱਟ ਰਹਿਣਾ ਪੈਣਾ। ਕਹਿੰਦਾ ਜੇ ਮੈਂ ਦੂਜੀ ਰਾਤ ਰਹਿ ਪਿਆ ਮੇਰਾ ਜਨਮ ਵਿਅਰਥ ਚਲਿਆ ਜਾਊ। ਮਨਸੁਖ ਵਪਾਰੀ ਕਹਿੰਦਾ ਭਾਈ ਭਗੀਰਥ ਵੀ ਇਹਦੇ ਨਾਲ ਜਨਮ ਵਿਅਰਥ ਦੀ ਕੀ ਗੱਲ ਹੈ? ਕਹਿੰਦਾ ਮੇਰੇ ਗੁਰੂ ਦਾ ਬਚਨ ਹੈ। ਭਾਈ ਭਗੀਰਥ ਕਹਿੰਦਾ ਜੇ ਮੈਂ ਗੁਰੂ ਨੇ ਬਚਨ ਕੀਤਾ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ, ਜੇ ਹੁਣ ਵੱਧ ਰਹੂੰਗਾ ਫਿਰ ਮੈਂ ਬਚਨ ਤੋਂ ਬੇਮੁਖ ਹੋ ਜਾਊਂ। ਭਾਈ ਮਨਸੁਖ ਕਹਿੰਦਾ ਭਗੀਰਥ ਵੀ ਇਹ ਕਲਯੁਗ ਦਾ ਸਮਾਂ ਹੈ, ਮੈਂ ਬੜੇ ਸਾਧੂ ਸੰਤ ਵੇਖੇ ਐ, ਐਡਾ ਕੋਈ ਪੂਰਾ ਨਹੀਂ ਹੈ ਕਲਯੁਗ ਦੇ ਵਿੱਚ। ਇਹ ਕਹਿਣ ਲੱਗਿਆ ਸੁਣੋ ਸ਼ਾਹ ਮਮ ਸਤਿਗੁਰ ਪੂਰਾ, ਵੀ ਸ਼ਾਹੂਕਾਰਾ ਜਿਹੜਾ ਮੇਰਾ ਸਤਿਗੁਰੂ ਹੈ ਪੂਰਨ ਹੈ। ਮਹਿਮਾ ਕੀਤੀ ਤਾਂ ਫਿਰ ਭਾਈ ਸਾਰਾ ਸਮਾਨ ਬਣਾ ਕੇ ਇੱਕ ਰਾਤ ਉੱਥੇ ਕੱਟੀ। ਫਿਰ ਭਾਈ ਮਨਸੁਖ ਨਾਲ ਆਇਆ, ਉਹ ਪ੍ਰਸੰਗ ਸੁਣਿਆ, ਕਿਵੇਂ ਆ ਕੇ ਦਰਸ਼ਨ ਕੀਤੇ। ਮਹਾਰਾਜ ਕਹਿਣ ਲੱਗੇ ਆਓ ਸੰਤ ਭਗੀਰਥ ਤੂੰ ਪਰਉਪਕਾਰੀ ਹੈ। ਇਹ ਮਨਸੁਖ ਆਇਆ, ਇਹਦਾ ਨਾਂ ਪਹਿਲਾਂ ਤਾਂ ਮਨਸੁਖ ਕੱਚਾ ਹੀ ਹੈ, ਹੁਣ ਇਹ ਪੱਕਾ ਕਰਨ ਲਈ ਇੱਥੇ ਆ ਗਿਆ, ਭਾਵ ਸਹੀ ਰੂਪ ਵਿੱਚ ਮਨ ਦਾ ਸੁੱਖ ਲੈਣ ਵਾਸਤੇ ਆਇਆ। ਉਹ ਮਨਸੁਖ ਨੂੰ ਫਿਰ ਮਹਾਰਾਜ ਨੇ ਦੇਹ ਦਿਆਸ ਦਾ ਉਪਦੇਸ਼ ਵੀ ਹੈ। ਦੇਹ ਔਰ ਪਦਾਰਥ ਇਹਨਾਂ ਦੀ ਮਮਤਾ ਛੱਡ ਕਰਕੇ ਨਾਸ਼ਵੰਤ ਜਾਣ ਕੇ ਬ੍ਰਹਮ ਦੇ ਨਾਲ ਜੁੜਨਾ ਚਾਹੀਦਾ, ਐਸਾ ਉਪਦੇਸ਼ ਦਿੱਤਾ ਹੈ। ਆਓ ਹੁਣ ਅਗਲਾ ਪ੍ਰਸੰਗ ਵੇਈ ਨਦੀ ਦਾ ਜਿਹੜਾ ਉਹ ਆ ਰਿਹਾ ਹੈ, ਪ੍ਰੇਮ ਸਤਿਕਾਰ ਨਾਲ 18ਵੇਂ ਘਰ ਦਾ ਪ੍ਰਸੰਗ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਏਕ ਨਿਸਾ ਅੰਮ੍ਰਿਤ ਸਮੈ ਸਤਿਗੁਰ ਕੀਨ ਵਿਚਾਰ। ਇੱਕ ਰਾਤ ਅੰਮ੍ਰਿਤ ਵੇਲੇ ਦਾ ਸਮਾਂ ਸਤਿਗੁਰੂ ਜੀ ਨੇ ਹੁਣ ਇਹ ਵਿਚਾਰ ਕੀਤੀ ਹੈ, ਤਿਆਗੈ ਅਬ ਸਭ ਕਾਰ ਇਹ ਔਰ ਕਰੈ ਵਿਵਹਾਰ। ਕਿ ਹੁਣ ਇਹ ਜਿਹੜਾ ਕਾਰਜ ਹੈ ਮੋਦੀਖਾਨੇ ਦਾ, ਹੋਰ ਘਰ ਗ੍ਰਸਤੀ, ਇਹਨੂੰ ਤਿਆਗ ਕਰਕੇ ਔਰ ਕਰੈ ਹੋਰ ਵਿਵਹਾਰ ਕਰੀਏ। ਭਾਰਤ ਜਿਹੜੇ ਕਾਰਜ ਵਾਸਤੇ ਅਵਤਾਰ ਧਾਰਿਆ ਹੈ ਉਹ ਕਾਰਜ ਹੁਣ ਕਰੀਏ। ਸਵਈਆ ਕਾਰਨ ਜਾਂ ਅਵਤਾਰ ਧਰਿਓ। ਜਿਸ ਕਾਰਨ ਵਾਸਤੇ, ਜਿਸ ਕਾਰਨ ਕਰਕੇ ਅਵਤਾਰ ਧਰਿਆ ਹੈ, ਕਾਰਜ ਜਾਏ ਕਰੋ ਅਬ ਸੋ। ਹੁਣ ਉਹ ਜਾ ਕੇ ਕਾਰਜ ਕਰੀਏ।
ਹੈ ਕਲ ਕਾਲ ਕਰਾਲ ਵਿਸਾਲ ਹੈ। ਇਹ ਕਲਯੁਗ ਦਾ ਸਮਾਂ ਬਹੁਤ ਭਿਆਨਕ ਹੈ। ਮੰਦ ਮਤੀ ਮਨ ਮਾਨਵ ਹੋ। ਇਹਦੇ ਵਿੱਚ ਲੋਕ ਜਿਹੜੇ ਆ ਬਹੁਤ ਮੰਦ ਮਤੀ ਘੱਟ ਮਤ ਵਾਲੇ ਹਨ। ਪਾਹਨ ਪੂਜਤ ਗੋਰਨ ਕੋ ਕੋਈ ਇੱਥੇ ਪੱਥਰ ਪੂਜੀ ਜਾਂਦਾ ਹੈ ਹਿੰਦੂ ਹੋ ਕੇ, ਤੇ ਕੋਈ ਮੁਸਲਮਾਨ ਹੋ ਕੇ ਕਬਰਾਂ ਪੂਜਦਾ ਹੈ। ਨਾਮ ਤੇ ਬੇਮੁਖ ਜਾਤ ਹੈ ਦੋ। ਦੋਵੇਂ ਪਰਮੇਸ਼ਰ ਦੇ ਨਾਮ ਵੱਲੋਂ ਤਾਂ ਬੇਮੁਖ ਜਾ ਰਹੇ ਹੈ। ਤੇ ਇਹ ਗੁਰਮੁਖੋ ਮਹਾਰਾਜ ਨੇ ਗੋਰਮੜੀ ਮੱਟ ਸਾਨੂੰ ਮੰਨਣ ਤੋਂ ਮਨਾ ਕੀਤਾ ਹੈ। ਤੇ ਦੇਖੋ ਮਹਾਰਾਜ ਤਾਂ ਉਹਨਾਂ ਨੂੰ ਵੀ ਹਟਾਉਂਦੇ ਆ, ਭਾਵੇਂ ਕੋਈ ਹਿੰਦੂ ਹੈ ਭਾਵੇਂ ਮੁਸਲਮਾਨ ਹੈ। ਤੇ ਭਾਈ ਪੱਥਰ ਪੂਜਾ ਨਹੀਂ ਕਰਨੀ। ਹਿੰਦੂਓ ਰਾਮ ਰਮੇ ਹੋਏ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪੋ ਤੁਸੀਂ ਰਾਮ ਰਾਮ ਕਹਿ ਕੇ। ਤੇ ਜੇ ਕੋਈ ਮੁਸਲਮਾਨ ਕਬਰਾਂ ਪੂਜਦਾ ਉਹਨੂੰ ਮਹਾਰਾਜ ਉਪਦੇਸ਼ ਦਿੰਦੇ, ਭਾਈ ਕਬਰਾਂ ਨਾ ਪੂਜਣ ਨਾ ਕਿਆ ਹੋਵੇਗਾ, ਤੁਸੀਂ ਅੱਲਾ ਦਾ ਨਾਮ ਜਪੋ ਜੋ ਪ੍ਰਮਾਤਮਾ ਅੱਲਾ ਰੂਬੇ ਸਾਰੇ ਹੈ। ਲੇਕਿਨ ਉਹਨਾਂ ਨੂੰ ਉਪਦੇਸ਼ ਅੱਜ ਜਿਹੜੇ ਸਭ ਤੋਂ ਵੱਧ ਹਿੱਕ ਥਾਪੜ ਕੇ ਕਹਿੰਦੇ ਅਸੀਂ ਗੁਰੂ ਨਾਨਕ ਦੇ ਮਹਾਰਾਜ ਨੂੰ ਮੰਨਦੇ ਹਾਂ, ਅਸੀਂ ਤਾਂ ਬਾਬੇ ਨਾਨਕ ਦੀ ਗੱਲ ਮੰਨਦੇ ਹਾਂ। ਤੇ ਗੁਰੂ ਨਾਨਕ ਸਾਹਿਬ ਤਾਂ ਇਹ ਕਹਿੰਦੇ ਤੇ ਤੁਰੇ ਕੋਈ ਭਾਈ ਪੱਥਰ ਮੂਰਤੀਆਂ ਪੂਜੀ ਜਾਂਦਾ ਹੈ। ਕੋਈ ਸਿੱਖ ਹੋ ਕੇ ਵੀ ਸਿੱਖ ਕਹਾ ਕੇ ਅਸਲ ਵਿੱਚ ਸਿੱਖ ਹੋਣਾ ਹੋਰ ਗੱਲ ਹੈ, ਕਹਾਉਣਾ ਹੋਰ ਗੱਲ ਹੈ। ਉਹ ਕਬਰਾਂ ਨੂੰ ਮੱਥੇ ਟੇਕੀ ਜਾਂਦੇ ਆ। ਥਾਂ ਥਾਂ ਪਿੰਡਾਂ ਦੇ ਵਿੱਚ ਮੁਸਲਮਾਨਾਂ ਦੀਆਂ ਕਬਰਾਂ ਬਣੀਆਂ ਹੋਈਆਂ, ਉਹਨਾਂ ਨੂੰ ਪੂਜੀ ਜਾਂਦੇ ਆ। ਇਦੋਂ ਹੁਣ ਮੰਦਬੁੱਧੀ ਕੀ ਹੋਊਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਨਾ ਵੱਡਾ ਮਹਾਨ ਗਿਆਨ ਖਜ਼ਾਨਾ ਸਤਿਗੁਰੂ ਜੀ ਬਖਸ਼ਦੇ ਹੈ। ਬਾਣੀ ਇਹ ਤੁਰਕੀ ਹੈ ਤੇ ਗੁਰਬਾਣੀ ਨੂੰ ਮੱਥੇ ਟੇਕਣ ਵਾਲਾ ਗੁਰਬਾਣੀ ਨੂੰ ਸਮਝਣ ਦੀ ਬਜਾਏ ਕੋਈ ਕਿਤੇ ਕੋਈ ਮਠਾਂ ਤੇ ਕੋਈ ਕਬਰਾਂ ਤੇ ਕੋਈ ਮੂਰਤੀਆਂ ਦੇਵੀ ਦੇਵਤਿਆਂ ਦੀਆਂ, ਤੇ ਇਹਦੇ ਫਿਰ ਇਹ ਤਾਂ ਸਮਝੋ ਭਾਈ ਇਹ ਹੈ ਵੀ ਗੁਰਬਾਣੀ ਸੁਣਨ ਮਨ ਬੁੱਧੀ ਹੋਏ। ਮੰਦ ਬੁੱਧ ਇਹੀ ਕਹਿ ਸਕਦੇ ਆ, ਮੰਦ ਮੱਤ ਵਾਲੇ ਆ। ਤੇ ਜੇ ਪੁੱਛੋ ਜਾ ਕੇ ਉਹ ਕਹਿੰਦੇ ਨਾ ਜਿੰਨਾ ਅਸੀਂ ਸ਼ਰਧਾ ਰੱਖਦੇ ਹਾਂ ਉਹਨੇ ਕੋਈ ਨਹੀਂ ਰੱਖਦੇ। ਪਾਠੀਆਂ ਤੇ ਕਿੰਤੂ ਕਥਾਵਾਚਕਾਂ ਦੇ ਜਿੰਨਾ ਮਰਜ਼ੀ ਕਰਾ ਲਵੇ ਸਲਾਣੇ ਤੋਂ। ਤੇ ਇਹ ਫਲਾਣਾ ਬਾਬਾ ਆਏ ਆ ਉਹ ਲੁੱਟ ਕੇ ਖਾ ਗਏ, ਉਹ ਫਲਾਣਾ ਕਰ ਗਏ, ਤੇ ਆਪ ਵੇਖੋ ਤੁਰੇ ਕਿੱਥੇ ਫਿਰਦੇ ਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗਣਾ ਚਾਹੀਦਾ ਹੈ। ਬਾਣੀ ਪੜ੍ਹਨੀ, ਅਕਾਲ ਪੁਰਖ ਦਾ ਨਾਮ ਜਪਣਾ। ਮਹਾਰਾਜ ਨੇ ਸੋਚ ਰਹੇ ਆ, ਵਿਚਾਰ ਕਰੇ, ਕਲਯੁਗ ਦਾ ਭਿਆਨਕ ਸਮਾਂ ਹੈ। ਬਹੁਤ ਲੋਕ ਮੰਦ ਮੱਤ ਵਾਲੇ ਹੋ ਗਏ ਨੇ। ਪਾਹਨ ਪੂਜਤ ਗੋਰਨ ਕੋ ਕੋਈ ਪੱਥਰ ਮੂਰਤੀਆਂ ਪੂਜੀ ਜਾਂਦਾ, ਕੋਈ ਕਬਰਾਂ ਨੂੰ ਪੂਜਦਾ ਹੈ। ਨਾਮ ਤੇ ਬੇਮੁਖ ਜਾਤ ਹੈ ਦੋ। ਪਰਮੇਸ਼ਰ ਦੇ ਨਾਮ ਤੋਂ ਦੋਵੇਂ ਹੀ ਬੇਮੁਖ ਹੋ ਰਹੇ ਹਨ। ਭਾਵੋ ਭਲੇ ਭਗਤੀ ਪ੍ਰਗਟਾਵਹੁ। ਹੁਣ ਭਲੀ ਪ੍ਰਕਾਰ ਜਿਹੜੀ ਪ੍ਰੇਮਾ ਭਗਤੀ ਹੈ, ਸ਼ਰਧਾ ਭਾਵਨਾ, ਉਹ ਪ੍ਰਗਟ ਕਰੀਏ। ਭਾਰ ਧਰਾ ਭਰ ਭੂਰ ਬਿਗੋ। ਜੋ ਧਰਤੀ ਦੇ ਉੱਤੇ ਬਹੁਤ ਜ਼ਿਆਦੇ ਇਹ ਪਾਪਾਂ ਦਾ ਜਿਹੜਾ ਹੈ ਭਾਰ ਵੱਧ ਗਿਆ ਹੈ, ਬਹੁਤ ਭੂਰ ਕਹਿੰਦੇ ਨੇ ਬਹੁਤਾ ਬਿਗਊ, ਉਹਨੂੰ ਦੂਰ ਕਰੀਏ, ਉਸ ਨੂੰ ਉਤਾਰੀਏ। ਨਰ ਜਾਤ ਅਪਾਰ ਸੋ ਨਰਕ ਮਝਾਰ। ਨਹੀਂ ਤੇ ਪਰਮੇਸ਼ਰ ਦੇ ਨਾਮ ਨੂੰ ਭੁੱਲ ਕਰਕੇ ਬਹੁਤ ਲੋਕੀ ਜਿਹੜੇ ਹੈ ਉਹ ਨਰਕਾਂ ਨੂੰ ਜਾ ਰਹੇ ਹਨ। ਨਹੀਂ ਸੁਖ ਸਾਰ ਪਛਾਨੈ ਕੋ ਭਾਗੇ। ਕਹਿੰਦੇ ਸੁੱਖਾਂ ਦੇ ਸਾਰ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਇਹ ਮਾੜੇ ਭਾਗਾਂ ਵਾਲੇ ਨਹੀਂ ਪਛਾਣਦੇ। ਪੰਥ ਤਿਆਗ ਕੋ ਪੰਥ ਪਰੇ ਸਭ। ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਰਸਤਾ ਹੈ ਸ੍ਰੇਸ਼ਟ ਪੰਥ, ਇਹਨੂੰ ਛੱਡ ਕੇ ਕੁਪੰਥ ਖੋਟੇ ਪੰਥਾਂ ਤੇ ਟੇਢੇ ਬਿੰਗੇ ਮਾਰਗਾਂ ਤੇ ਸਭ ਪਏ ਹਨ। ਲੰਪਟ ਦੰਭ ਆਰੰਭਤ ਪਾਗੇ। ਤੇ ਪਖੰਡੀਆਂ ਦੇ ਪੈਰਾਂ ਵਿੱਚ ਲੰਪਟ ਹੋਏ ਨੇ। ਇਸ ਤਰ੍ਹਾਂ ਪਖੰਡ ਦੇ ਵਿੱਚ ਹੀ ਸਾਰੇ ਪਖੰਡੀਆਂ ਦੇ ਔਰ ਪਖੰਡਾਂ ਦੇ ਪੈਰੀਂ ਲੱਗੇ ਹਨ। ਨਾਮੇ ਕੀ ਸਿਫਤੀ ਪ੍ਰਕਾਸ਼ ਕਰੋ।
ਨਾਮੇ ਕੀ ਸਿਫਤੀ ਪ੍ਰਕਾਸ਼ ਕਰਹੁ। ਨਾਮ ਪਰਮੇਸ਼ਰ ਦੇ ਨਾਮ ਦੀ ਸਿਫਤ ਇਹ ਸਾਰੇ ਪ੍ਰਗਟ ਕਰਨੀ ਹੈ। ਨਾਸ ਪਖੰਡ ਕਰੋ ਜਹ ਲਾਗੇ, ਤੇ ਜਿਹੜੇ ਪਖੰਡਾਂ 'ਚ ਲੱਗੇ ਨੇ ਉਹਨਾਂ ਦੇ ਪਖੰਡ ਨਾਸ਼ ਕਰੀਏ। ਤਾਂ ਤੈ ਬਨੈ ਰਟਨੋ ਦਿਸ ਚਾਰ ਮੈਂ। ਇਸ ਕਰਕੇ ਹੁਣ ਚਾਰੇ ਦਿਸ਼ਾਵਾਂ ਦਾ ਜਿਹੜਾ ਹੈ, ਚਾਰੇ ਦਿਸ਼ਾ ਦਾ ਰਟਨ ਕਰਨਾ ਬਣਦਾ ਹੈ, ਫੇਰੀ ਕਰਨੀ ਬਣਦੀ ਹੈ। ਯੋ ਠਟ ਕੇ ਪਰੇ ਅੰਕ ਤਿਆਗੇ। ਇਹ ਵਿਚਾਰ ਕਰਕੇ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਫਿਰ ਪਲੰਗ ਛੱਡਿਆ ਹੈ। ਚੌਪਈ ਏਕ ਦਾਸ ਨਿਜ ਸੰਗ ਲਗਾਏ, ਤੇ ਇੱਕ ਸੇਵਕ ਨਾਲ ਲਿਆ ਹੈ। ਵੇਈ ਨਦੀ ਕੇ ਤਟ ਪਰ ਆਏ। ਸਤਿਗੁਰੂ ਜੀ ਵੇਈ ਨਦੀ ਦੇ ਕਿਨਾਰੇ ਆ ਗਏ ਹਨ। ਸੋਚ ਦੰਤ ਧਾਵਨ ਪੁਨ ਕਰਿਓ, ਤੇ ਭਾਈ ਸੋਚ ਦੰਤ ਦਾਤਣ, ਸੋਚ ਇਸ਼ਨਾਨ ਦਾਤਣ, ਔਰ ਇਸ ਤਰ੍ਹਾਂ ਧਾਵਨ ਕਹੀਏ ਮੁਕੁਰਲਾ ਇਤਿਆਦਿਕ ਕੀਤਾ ਹੈ। ਜੋ ਤਰਵਰ ਅਬ ਲਗ ਹੈ ਖਰਿਉ। ਕਿਹੜਾ ਦਾਤਣ ਕੀਤੀ ਜੋ ਭਾਈ, ਉਹ ਫਿਰ ਮਹਾਰਾਜ ਨੇ ਉੱਥੇ ਦਾਤਣ ਕਰਕੇ ਗੱਡਤੀ। ਉਹ ਬੇਰੀ ਦਰਖਤ ਹੁਣ ਵੀ ਖੜਾ ਹੈ, ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ। ਵਰਨ ਆਏ ਚਰਨਨ ਪਰ ਪਰਿਉ, ਤੇ ਸਤਿਗੁਰੂ ਵੇਈ ਨਦੀ 'ਚ ਪ੍ਰਵੇਸ਼ ਹੋਏ। ਜਿਹੜਾ ਵਰਨ ਦੇਵਤਾ ਹੈ, ਹਿੰਦੂ ਲੋਕ ਵਰਨ ਦੇਵਤਾ ਕਹਿ ਦਿੰਦੇ ਆ, ਤੇ ਮੁਸਲਮਾਨ ਖਵਾਜਾ ਕਹਿ ਦਿੰਦੇ ਆ। ਉਹ ਭਾਈ ਜਿਹੜਾ ਸਾਰੀਆਂ ਨਦੀਆਂ ਦਾ, ਇਹ ਪਰਮੇਸ਼ਰ ਨੇ ਅਸਲ ਵਿੱਚ ਸਾਰੀਆਂ ਵਾਹਿਗੁਰੂ ਪਰਮੇਸ਼ਰ ਦੀਆਂ ਕਲਾ ਨੇ। ਜਿਵੇਂ ਸੂਰਜ ਹੈ, ਉਹਦੇ ਵਿੱਚੋਂ ਕਿਰਨਾਂ ਪ੍ਰਕਾਸ਼ਿਤ ਹੁੰਦੀਆਂ ਨੇ, ਇਸੇ ਤਰ੍ਹਾਂ ਇਹ ਸਾਰੀਆਂ ਜਿਹੜੀਆਂ ਕਲਾ ਨੇ, ਅਗਨੀ ਹੈ, ਤੱਤ ਨੇ, ਤੇ ਉਸ ਨੂੰ ਵੱਖ-ਵੱਖ ਮੱਤਾਂ ਨੇ ਦੇਵਤੇ ਰੂਪ ਜਾਂ ਪੀਰ ਰੂਪ ਕਿਹਾ ਹੈ। ਵਰਨ ਆਏ ਚਰਨਨ ਪਰ ਪਰਿਓ। ਵਰਨ ਦੇਵਤਾ ਆ ਕੇ ਗੁਰੂ ਨਾਨਕ ਦੇਵ ਜੀ ਦੇ ਚਰਨੀ ਪਿਆ ਹੈ। ਸੁੱਠ ਬੇਬਾਨ ਲੈ ਅੱਗੇ ਖਰਿਓ। ਬਹੁਤ ਸੁੰਦਰ ਬਵਾਨ ਲੈ ਕੇ ਮਹਾਰਾਜ ਦੇ ਅੱਗੇ ਖੜ ਗਿਆ। ਨਦੀ ਪ੍ਰਵੇਸ਼ੇ ਨਿਕਸੇ ਨਾਹੀ। ਸਤਿਗੁਰੂ ਜੀ ਵੇਈ ਨਦੀ ਵਿੱਚ ਪ੍ਰਵੇਸ਼ ਹੋਏ, ਫਿਰ ਬਾਹਰ ਨਹੀਂ ਨਿਕਲੇ। ਦਾਸ ਹਿਰਦੇ ਚਿੰਤਾ ਉਪਜਾਹੀ। ਸੇਵਕ ਦੇ ਹਿਰਦੇ ਵਿੱਚ ਚਿੰਤਾ ਪੈਦਾ ਹੋਈ। ਬਹੁਤ ਢੂੰਡੇ ਜਬ ਗੁਰ ਨਹਿ ਪਾਇਓ। ਬਹੁਤ ਲੱਭੇ, ਫਿਰ ਜਦੋਂ ਇੱਧਰ ਉੱਧਰ ਦੇਖਿਆ ਸਤਿਗੁਰੂ ਨਹੀਂ ਮਿਲੇ। ਦੌਰਤ ਤਬ ਨਵਾਬ ਪੈ ਆਇਓ। ਤੇ ਉਹ ਸੇਵਕ ਭੱਜ ਕੇ ਨਵਾਬ ਦੌਲਤ ਖਾਂ ਕੋਲ ਆਇਆ। ਹੇ ਨਵਾਬ ਜੀ ਸੁਨ ਬਚ ਮੇਰੇ। ਹੇ ਨੌ ਦੌਲਤ ਖਾਂ ਨਵਾਬ, ਮੇਰੇ ਬੋਲ ਬਚਨ ਸੁਣੋ। ਸ੍ਰੀ ਨਾਨਕ ਜੋ ਮੋਦੀ ਤੇਰੇ। ਜੋ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਤੁਹਾਡੇ ਮੋਦੀ ਖਾਨੇ ਵਿੱਚ ਮੋਦੀ ਦਾ ਕਾਰਜ ਕਰਨ ਵਾਲੇ। ਮੈਂ ਤਿਨ ਕੇ ਨਿਤ ਸੰਗ ਸਿਧਾਵੂੰ। ਮੈਂ ਰੋਜ਼ ਉਹਨਾਂ ਦੇ ਨਾਲ ਜਾਂਦਾ ਹਾਂ। ਵੇਈ ਨਦੀ ਇਸ਼ਨਾਨ ਕਰਾਵੂੰ। ਤੇ ਵੇਈ ਨਦੀ ਵਿੱਚ ਉਹਨਾਂ ਦਾ ਇਸ਼ਨਾਨ ਕਰਵਾਉਂਦਾ ਹਾਂ। ਆਜ ਗਇਓ ਮੈਂ ਤਿਨ ਕੇ ਸਾਥਾ। ਅੱਜ ਮੈਂ ਉਹਨਾਂ ਦੇ ਨਾਲ ਗਿਆ ਸੀ। ਡੂਬ ਗਇਓ ਬਹੁ ਦੇਖਤ ਨਾਥਾ। ਐ ਦੌਲਤ ਖਾਂ ਨਾਥ ਭਾ ਮਾਲਕ, ਮੇਰੇ ਦੇਖਦਿਆਂ ਦੇਖਦਿਆਂ ਉਹ ਜਲ ਵਿੱਚ ਵੜ ਗਏ ਐ, ਬਾਹਰ ਨਹੀਂ ਨਿਕਲੇ, ਲੋਕ ਡੁੱਬ ਗਏ ਹਨ। ਸਵਈਆ ਹਉ ਬਹੁ ਬਾਰ ਹੀ ਬਾਰ ਨਿਹਾਰ। ਮੈਂ ਬਹੁਤ ਬਾਰੀ ਬਾਰ ਵੇਖਿਆ, ਲੱਗੀ ਨਹੀਂ ਬਾਰ ਜਹ ਦੌਰ ਆਇਓ। ਮੈਨੂੰ ਕੋਈ ਦੇਰ ਨਹੀਂ ਲੱਗੀ ਹੈ, ਮੈਂ ਭੱਜ ਕੇ ਹੀ ਆ ਗਿਆ ਹਾਂ। ਇੱਥੇ ਹੁਣ ਦੇਖੋ, ਬਾਰ ਹੀ ਬਾਰ ਤੇ ਬਾਰ, ਬਾਰ ਦੇ ਜਿਹੜੇ ਅਰਥ ਨੇ। ਹੁਣ ਬਾਰ ਗੁਰਮੁਖੋ ਜਲ ਨੂੰ ਵੀ ਕਹਿੰਦੇ ਆ, ਤੇ ਬਾਰ ਜਿਹੜਾ ਹੈ ਆਪਾਂ ਕਹਿੰਦੇ ਆ ਕਿ ਮੈਨੂੰ ਦੇਰ ਨਹੀਂ ਲੱਗੀ, ਬਹੁਤ ਬਾਰੀ ਤੇ ਬਾਰ-ਬਾਰ, ਇਹਨਾਂ ਦੇ ਅਰਥ ਨੇ। ਹਉ ਬਹੁ ਬਾਰ ਹੀ ਬਾਰ ਨਿਹਾਰ, ਕਹਿੰਦਾ ਮੈਂ ਬਹੁਤ ਵਾਰੀ
ਬਾਰ ਨਿਹਾਰ, ਬਾਰ ਇੱਥੇ ਫਿਰ ਦੂਜੇ ਬਾਰ ਦਾ ਅਰਥ ਆ ਗਿਆ ਪਾਣੀ। ਮੈਂ ਪਾਣੀ ਵਿੱਚ ਵੇਖਿਆ, ਲੱਗੀ ਨਹੀਂ ਬਾਰ ਜਹ ਦੌਰ, ਮੈਨੂੰ ਦੇਰ ਨਹੀਂ ਲੱਗੀ। ਇੱਥੇ ਹੁਣ ਤੀਜਾ ਜਿਹੜਾ ਬਾਰ ਆ ਉਹਦਾ ਅਰਥ ਹੈ ਦੇਰੀ। ਦੌਰ ਦੇਰ ਨਹੀਂ ਲੱਗੀ, ਦੌੜ ਕੇ ਆ ਗਿਆ ਹਾਂ। ਸੋ ਸੁਣ ਕੇ ਮਨ ਮੈਂ ਗੁਣ ਤਾਛਨ, ਇਹ ਸੁਣ ਕੇ ਮਨ ਦੇ ਵਿੱਚ ਉਸੇ ਸਮੇਂ ਵਿਚਾਰ ਕੇ ਜੀਨ ਕੇ ਕਾਨ ਪਵਾਏ ਲਿਓ। ਦੌਲਤ ਖਾਂ ਨੇ ਕਾਨ ਘੋੜੇ ਦੇ ਉੱਤੇ ਕਾਠੀ ਪਵਾ ਲਈ ਹੈ। ਕੇਵਟ ਕੋ ਬੁਲਵਾਏ ਤਵਾਏ ਕੈ, ਜਿਹੜੇ ਮਲਾਹ ਵਗੈਰਾ ਸੀ ਉਹਨਾਂ ਨੂੰ ਸੱਦ ਕੇ ਭਜਾਇਆ ਹੈ। ਆਏ ਵੇਈ ਤਤ ਤਟ ਠਾੜ ਭਇਓ, ਆ ਕੇ ਵੇਈ ਨਦੀ ਦੇ ਕਿਨਾਰੇ ਖੜ ਗਏ ਹਨ। ਰੌਰ ਪਰਾਪੁਰ ਦੌਰ ਚੱਲੇ ਨਰ, ਰੌਲਾ ਪੈ ਗਿਆ ਨਗਰ ਦੇ ਵਿੱਚ, ਮਾਈ ਭਾਈ ਲੋਕ ਭੱਜ ਚੱਲੇ ਹਨ। ਹੌਰ ਉੱਠਿਓ ਔਰ ਠੌਰ ਛਿਓ, ਹਿਰਦੇ ਵਿੱਚ ਹੌਲ ਪੈ ਗਏ, ਹੌਰ ਉੱਠਿਓ ਔਰ ਠੌਰ ਛਿਓ। ਇਸ ਤਰ੍ਹਾਂ ਕਹਿੰਦੇ ਉਸ ਭਾਈ ਜਗਾ ਵੱਲ ਨੂੰ ਭੱਜ ਉੱਠੇ। ਬਾਤ ਜੈ ਰਾਮ ਸੁਣੀ ਜਬ ਕਾਨ, ਜਦੋਂ ਇਹ ਕੰਨੀ ਗੱਲ ਭਾਈਆ ਜੈ ਰਾਮ ਨੇ ਸੁਣੀ ਹੈ। ਫਨੀ ਮਨਹੀਨ ਜਿਉ ਮੀਨ ਅਨੀਰਾ, ਉਹਦੀ ਹਾਲਤ ਇਹ ਹੋ ਗਈ ਜਿਵੇਂ ਫਨੀ ਮਨਹੀਨ, ਜਿਵੇਂ ਭਾਈ ਸੱਪ ਮਣੀ ਵਾਲਾ ਜਿਹੜਾ ਫਣ ਹੁੰਦਾ ਉਹਦੀ ਕੋਈ ਮਣੀ ਲੈ ਜੇ ਉਹ ਵਿਆਕੁਲ ਹੁੰਦਾ। ਜਿਉਂ ਮਨ ਮੀਨ ਅਨੀਰਾ, ਜਿਵੇਂ ਮੱਛੀ ਜਲ ਤੋਂ ਬਿਨਾਂ ਵਿਆਕਲ ਹੋ ਜਾਂਦੀ ਹੈ। ਧਾਏ ਧਰੈ ਧਰਨੀ ਪਦ ਤੂਰਨ, ਬਹੁਤ ਤੇਜ਼ੀ ਨਾਲ ਭਾਈ ਛੇਤੀ ਛੇਤੀ ਕਦਮ ਧਰਦਾ ਧਰਤੀ ਤੇ। ਧੀਰ ਹਰੀ ਔਰ ਧਾਰ ਅਧੀਰਾ, ਉਹਦੇ ਤੇ ਧੀਰਜ ਨਾਸ ਹੋ ਗਈ ਹਿਰਦੇ ਵਿੱਚ। ਇਸ ਤਰ੍ਹਾਂ ਧੀਰਜ ਤੋਂ ਰਹਿਤ ਅਧੀਰਜ ਹੀ ਧਾਰ ਲਿਆ, ਹੌਸਲਾ ਜਾਂ ਡੋਲਿਆ ਹੈ। ਪੀਰ ਅਪਾਰ ਨ ਪਾਵਹਿ ਪਾਰ, ਬਹੁਤ ਜ਼ਿਆਦਾ ਪੀਰ ਇੱਥੇ ਅਰਥ ਹੈ ਦੁੱਖ ਹੈ, ਤੇ ਨਾ ਪਾਵੈ ਜਿਹਦਾ ਕੋਈ ਅੰਤ ਨਹੀਂ ਪਾਇਆ ਜਾਂਦਾ। ਵਿਖੈ ਨਹਿ ਰੂਪ ਜੋ ਸ਼ਾਂਤ ਸਰੀਰਾ, ਕਿਉਂਕਿ ਉਹ ਰੂਪ ਜਿਹੜਾ ਸ਼ਾਂਤੀ ਸਰੂਪ ਹੈ ਉਹ ਸਰੀਰ ਧੰਨ ਗੁਰੂ ਜੀ ਦਾ ਦਿਸਦਾ ਨਹੀਂ, ਜਾਂ ਭਾਈ ਸਰੀਰ ਵਿੱਚ ਸ਼ਾਂਤੀ ਸਰੂਪ ਨਹੀਂ ਦਿਸ ਰਿਹਾ। ਆਏ ਵੇਈ ਤਟ ਹੇਰਤ ਬਾਰ ਕੇ, ਵੇਈ ਨਦੀ ਦੇ ਕਿਨਾਰੇ ਆ ਗਏ ਐ, ਹੇਰਤ ਬਾਰ ਕੇ, ਤੇ ਇਉਂ ਆ ਕੇ ਭਾਈ ਵੇਖਦੇ ਨੇ ਪਾਣੀ ਵਿੱਚ। ਖੋਜਤ ਹੈ ਨਾ ਲਹੈ ਸੁਖ ਹੀਰਾ, ਸਭ ਭਾਲਦੇ ਫਿਰਦੇ ਨੇ ਸੁੱਖਾਂ ਦਾ ਹੀਰਾ, ਭਾਵ ਸਤਿਗੁਰੂ ਜੀ ਨਹੀਂ ਮਿਲ ਰਹੇ। ਔਰ ਭੂਰ ਬਸੂਰਤ ਦੌਲਤ ਖਾਂ, ਬਹੁਤ ਹੀ ਹਿਰਦੇ ਵਿੱਚ ਦੌਲਤ ਖਾਂ ਵੀ ਬਸੂਰਤ ਕਹੀਏ ਝੂਰਦਾ ਹੈ। ਸਹਿ ਸ਼ੋਕ ਹੋਇ ਲੋਕਨ, ਔਰ ਭੂਰ ਬਸੂਰਤ ਦੌਲਤ ਖਾਂ ਸਹਿ, ਜਿਹੜਾ ਭਾਈ ਦੌਲਤ ਖਾਂ ਹੈ ਬਹੁਤ ਹੀ ਜ਼ਿਆਦੇ ਝੋਰਾ ਝੂਰਦਾ ਹੈ, ਹਿਰਦੇ ਤੋਂ ਦੁੱਖ ਸਹਿੰਦਾ ਹੈ। ਸ਼ੋਕ ਹੋਇ ਲੋਕਨ ਕੇ ਬਚ ਪ੍ਰਾਹੀ, ਫਿਰ ਭਾਈ ਸ਼ੋਕ ਦੁੱਖਦਾਈ ਹੁੰਦਾ ਲੋਕਨ ਕੇ, ਜਿਹੜਾ ਹੈ ਲੋਕਾਂ ਦੇ ਕੋਲੋਂ ਇਹੋ ਜੀਆਂ ਗੱਲਾਂ ਸੁਣ ਕਰਕੇ, ਭਾਵ ਦੁਨੀਆ ਵੱਖ-ਵੱਖ ਬਚਨ ਕਹਿੰਦੀ ਹੈ। ਬਹੁ ਨੇਕ ਵਿਵੇਕੀ ਅਨੇਕ ਗੁਨਾਹ ਕਰ, ਇਉਂ ਵੀ ਕਹਿੰਦੇ ਬਹੁਤ ਨੇਕ ਸੀ, ਵਿਵੇਕੀ ਸਨ, ਬੜੇ ਗਿਆਨ ਵਾਲੇ ਸੀ, ਅਨੇਕਾਂ ਗੁਨਾਹ ਕਰਕੇ। ਔਗਨ ਏਕ ਬਿਲੋਕਨ ਨਾਹੀ, ਉਹਨਾਂ ਵਿੱਚ ਤੇ ਇੱਕ ਵੀ ਕੋਈ ਔਗਣ ਨਹੀਂ ਸੀ ਵੇਖਣਾ ਮਿਲਦਾ। ਤਨ ਸੁੰਦਰ ਕੋਮਲਤਾ ਜਨ ਮੰਦਰ, ਸਰੀਰ ਕਰਕੇ ਬਹੁਤ ਸੁੰਦਰ ਨੇ, ਕੋਮਲ ਸਰੀਰ, ਕੋਮਲ ਮੁਖ ਵਾਲੇ ਜਾਂ ਕੋਮਲ ਬਚਨ ਬੋਲਣ ਵਾਲੇ। ਜਨ ਮੰਦਰ ਦਾ ਇੱਥੇ ਭਾਵ ਹੈਗਾ ਗਨ ਮੰਦਰ ਕਹਿ ਸਕਦੇ ਹੋ, ਗੁਣਾਂ ਦਾ ਹੀ ਘਰ ਸਨ। ਸੰਦਲ ਸੀ ਸਿਫਤੀ ਜਿਨ ਆਹੀ, ਜਿਨ੍ਹਾਂ ਦੀ ਸਿਫਤ ਸੰਦਲ ਚੰਦਨ ਵਾਂਗੂ ਸਾਰੇ ਫੈਲੀ। ਨਹਿ ਹਾਥ ਲੱਗੇ ਮੁਝ ਜਾ ਸਮ ਮੋਦੀ, ਦੌਲਤ ਕਾ ਸੋਚਦਾ ਜੇ ਹੁਣ ਮੋਦੀ ਜਿਹੜਾ ਹੈ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਮੈਨੂੰ ਨਹਿ ਹਾਥ ਲੱਗੇ, ਨਾ ਮੈਨੂੰ ਮਿਲੇ।
ਕੋ ਕਾਰ ਭਲੀ ਬਿਦ ਕੀਨ ਨਿਬਾਹੀ। ਕਿਉਂਕਿ ਮਸਾ ਮੋਦੀ ਖਾਨੇ ਦਾ ਕਾਰਜ ਸੋਹਣਾ ਚੱਲਿਆ ਸੀ, ਕੌਣ ਫਿਰ ਚੰਗੀ ਤਰ੍ਹਾਂ ਦੇ ਨਾਲ ਉਹ ਕਾਰਜ ਨਿਭਾਵੇਗਾ। ਰੋਦਨ ਕੀਨ ਸੁਲੱਖਣ ਤਾਂ ਛਿਨ। ਮਾਤਾ ਸੁਲੱਖਣੀ ਵੀ ਉਸ ਸਮੇਂ ਰੋਣਾ ਕਰਦੀ ਹੈ। ਦੀਨ ਗਇਓ ਕਰਮ ਭਰ ਧਾਰਾ। ਇਸ ਤਰ੍ਹਾਂ ਦਾ ਹੋ ਗਿਆ ਕਿ ਦੀਨ ਗਇਓ, ਉਹਦਾ ਭਾਈ ਬਹੁਤ ਹੀ ਮੈਨੂੰ ਦੀਨ ਗਇਓ ਕਰ, ਹਾਂ ਮੈਨੂੰ ਬਹੁਤ ਦੁਖੀ ਕਰ ਗਿਆ ਮੇਰਾ ਪਤੀ। ਪੰਕਤ ਤੇ ਵਿਛਰੀ ਨਿਜ ਜਿਉ। ਪੰਕਤ ਤੇ ਵਿਛਰੀ ਨਿਜ ਜਿਉ ਕੁਰਲਾਵਤ। ਇਸ ਤਰ੍ਹਾਂ ਜਿਵੇਂ ਪੰਕਤ ਕਹੀਏ ਵੀ ਕੂੰਜ ਜਿਹੜੀ ਆਪਣੀ ਡਾਰ ਨਾਲੋਂ ਜਿਵੇਂ ਵਿਛੜ ਜਾਵੇ ਉਹ ਕੁਰਲਾਉਂਦੀ ਹੈ। ਕੂੰਜ ਕੁਰਲਾਵਤ ਕੂੰਜ ਭਇਓ ਦੁੱਖ ਭਾਰਾ। ਕੂੰਜ ਵਾਂਗੂ ਕੁਰਲਾਉਂਦੀ ਬਹੁਤ ਦੁੱਖ ਹੋਇਆ ਹੈ। ਲੋਚਨ ਤੇ ਜਲ ਧਾਰ ਛੁੱਤੇ। ਅੱਖਾਂ ਤੋਂ ਪਾਣੀ ਦੀਆਂ ਧਾਰਾਂ, ਜਲ ਦੀਆਂ ਧਾਰਾਂ ਹੀ ਛੁੱਟ ਪਈਆਂ। ਸਭ ਚੀਰ ਭਿੱਗੀ ਤਨ ਕੀ ਨ ਸੰਭਾਰਾ। ਸਾਰੇ ਬਸਤਰ ਹੀ ਰੋ ਰੋ ਕੇ ਭਿੱਜ ਗਏ ਨੇ, ਤਨ ਦੀ ਸੰਭਾਲ ਨਹੀਂ ਹੈ। ਧੀਰਜ ਦੇਤ ਪੁਨਾ ਮਨ ਕੋ। ਫਿਰ ਭਾਈਓ ਕੁਝ ਸਮੇਂ ਬਾਅਦ ਮਾਤਾ ਸੁਲੱਖਣੀ ਮਨ ਨੂੰ ਧੀਰਜ ਵੀ ਦਿੰਦੀ ਹੈ। ਨਹਿ ਡੂਬਨ ਹਾਰ ਪਤੀ ਸੋ ਹਮਾਰਾ। ਜੋ ਮੇਰਾ ਪਤੀ ਹੈ ਉਹ ਤਾਂ ਡੁੱਬਣ ਵਾਲਾ ਨਹੀਂ ਹੈ, ਉਹ ਤਾਂ ਡੁੱਬਦਿਆਂ ਨੂੰ ਤਾਰਨ ਵਾਲਾ ਹੈ। ਦੋਹਰਾ ਤਹਿ ਛਿਨ ਮਾਨਵ ਤੁਰਤ ਹੀ ਭੇਜੋ ਮੂਲੇ ਪਾਸ। ਉਸੇ ਸਮੇਂ ਇੱਕ ਮਨੁੱਖ ਤੁਰੰਤ ਮੂਲ ਚੰਦ ਜੀ ਦੇ ਕੋਲ ਜੋ ਹੈ ਬਟਾਲੇ ਨੂੰ ਭੇਜਿਆ ਹੈ। ਨਨਕਾਣੇ ਦੁਤੀਓ ਮਨੁਜ ਜਾ ਸੁਧ ਦੀਨੀ ਤਾਸ। ਇੱਕ ਦੂਜਾ ਮਨੁੱਖ ਨਨਕਾਣਾ ਸਾਹਿਬ ਵੱਲ ਭੇਜਤਾ, ਉਹਨੇ ਉੱਥੇ ਜਾ ਕੇ ਖਬਰ ਦੇ ਦਿੱਤੀ ਹੈ। ਸੁਨ ਕਰ ਸ਼ੋਕਾ ਤਰ ਹੂਏ ਮਾਤ ਪਿਤਾ ਸੁਸਰਾਰ। ਇਹ ਜਦੋਂ ਖਬਰ ਸੁਣੀ ਤੇ ਸੁਣ ਕੇ ਬਹੁਤ ਸੋਗ ਵਿੱਚ ਹੋ ਗਏ ਨੇ, ਇੱਧਰ ਮਾਤਾ ਪਿਤਾ ਵੀ ਤੇ ਉਧਰ ਭਾਈ ਸਹੁਰੇ ਪਰਿਵਾਰ ਵਾਲੇ ਵੀ। ਜੋਗਲ ਦਿਸ਼ਾ ਤੇ ਨਰ ਅਦਕ ਆਵਤ ਭੇ ਤਤਕਾਰ। ਦੋਵੇਂ ਪਾਸਿਆਂ ਤੋਂ, ਬਟਾਲੇ ਤੋਂ ਵੀ ਨਨਕਾਣਾ ਸਾਹਿਬ ਤੋਂ ਵੀ ਬਹੁਤ ਲੋਕ ਤੁਰੰਤ ਆ ਗਏ ਹਨ। ਸਵਈਆ ਨਾਨਕੀ ਏਕ ਰਹੀ ਉਰ ਮੈਂ ਥਿਰ। ਇੱਕ ਬੇਬੇ ਨਾਨਕੀ ਹੈ ਜਿਹੜੀ ਆਪਣੇ ਹਿਰਦੇ ਤੋਂ ਸਥਿਰ ਰਹੀ, ਉਹ ਡੋਲੀ ਨਹੀਂ। ਔਰਨ ਕੀ ਸ਼ਰਧਾ ਭਰਮ ਆਈ। ਹੋਰਾਂ ਦੀ ਭਾਈ ਜਿਹੜੀ ਸ਼ਰਧਾ ਸੀ ਉਹ ਭਰਮਾ ਗਈ ਹੈ, ਭਾਵ ਭਰਮਾਂ ਵਿੱਚ ਪੈ ਗਈ ਹੈ। ਤੇ ਜਿਹੜੇ ਭਾਈ ਸ਼ਰਧਾ ਨਹੀਂ ਹੁੰਦੀ ਉਹ ਕੁਦਰਤੀ ਹੈ ਭਰਮਾਂ ਵਿੱਚ ਪੈ ਜਾਂਦੇ ਨੇ। ਤੇ ਇਹ ਜਦੋਂ ਸ਼ਰਧਾ ਅੰਦਰ ਨਾ ਹੋਵੇ ਨਾ, ਫਿਰ ਸ਼ਬਦਾਂ ਨੂੰ ਗੋਲ-ਮੋਲ ਵੀ ਕਰਦੇ ਕਥਾ ਕਰਨ ਵਾਲੇ। ਉਹ ਫਿਰ ਜਦੋਂ ਇੱਥੇ ਕਥਾ ਆਉਂਦੀ ਹੈ, ਕਿਉਂਕਿ ਇੱਕ ਰਿਵਾਜ ਬਣ ਗਿਆ ਹਰੇਕ ਗੱਲ ਤੇ ਕਿੰਤੂ ਪਰੰਤੂ ਕਰਨ ਦਾ। ਪਹਿਲਾਂ ਇਹਨਾਂ ਨੇ ਜਿਹੜਾ ਹੈ ਦਸਮ ਗ੍ਰੰਥ ਸਾਹਿਬ ਦੇ ਵਿੱਚ ਤ੍ਰਿਆ ਚਰਿਤਰਾਂ ਤੋਂ ਕੰਮ ਸ਼ੁਰੂ ਕੀਤਾ। ਫਿਰ ਹੌਲੀ ਹੌਲੀ 24 ਅਵਤਾਰਾਂ ਦੀ ਕਥਾ, ਉਸ ਬਾਣੀ ਤੇ ਕਿੰਤੂ, ਫਿਰ ਬਚਿੱਤਰ ਨਾਟਕ, ਫਿਰ ਉਹ ਵਿੱਚੋਂ ਪੈਦਾ ਹੋਏ ਕਹਿੰਦੇ ਇਸ ਦਾ ਸਾਰਾ ਹੀ ਨਹੀਂ ਮੰਨਦੇ। ਇਹ ਪੰਜਾਂ ਬਾਣੀਆਂ ਤੇ ਵੀ ਕਿੰਤੂ, ਅਰਦਾਸ ਤੇ ਵੀ ਕਿੰਤੂ, ਨਿਤਨੇਮ ਤੇ ਵੀ ਕਿੰਤੂ। ਉਹਦੇ ਹੁਣ ਇੱਕ ਨੇ ਕਹਿਤਾ ਕਹਿੰਦੇ ਵੀ ਇਸ ਗੱਲ ਦਾ ਕੋਈ ਸਬੂਤ ਹੀ ਨਹੀਂ ਹੈ ਵੀ 10ਵੇਂ ਪਾਤਸ਼ਾਹ ਨੇ 5 ਕਕਾਰ ਪੈਣਾ, ਇਹ ਤਾਂ ਕਹਿੰਦੇ ਅੰਗਰੇਜ਼ਾਂ ਨੇ ਦਿੱਤੇ ਹੈ। ਇੱਕ ਆਹ ਬੜੀ ਗੱਲ ਹੈ, ਕੋਈ ਗੱਲ ਕਰਨੀ ਹੈ ਅੰਗਰੇਜ਼ਾਂ ਦੇ ਸਿੱਟ ਦੇ ਲਿਆ ਕੇ, ਤਾਂ ਉਹਨਾਂ ਨੇ ਚਲਾਈ ਹੈ ਜੀ ਰੀਤੀ। ਕਿਉਂ ਕਿਹੜਾ ਉਹਦਾ ਕੋਈ ਸਬੂਤ ਦੇਣਾ ਜਾਂ ਕੋਈ ਗ੍ਰੰਥਾਂ 'ਚ ਲਿਖਿਆ ਹੋਇਆ ਹੈ। ਇਹ ਜੋ ਵੀ ਇਹ ਰਿਵਾਜ ਹੋ ਗਿਆ ਸਟੇਜਾਂ ਦੇ ਉੱਤੇ ਗੁਰੂ ਮਹਾਰਾਜ ਤੇ ਗੁਰੂ ਕੇ ਇਤਿਹਾਸ ਤੇ ਸ਼ੌਂਕ ਨਾਲ। ਤੇ ਦੁਨੀਆ ਜਿਹੜੀ ਹੈ ਉਹ ਪਰ ਐਂ ਸੋਚਦੇ ਆ ਵੀ ਬੜੀ ਨਵੀਂ ਖੋਜ ਹੈ ਇਸ ਦੀ। ਕਦੇ ਰਾਗਮਾਲਾ ਤੇ ਕਿੰਤੂ, ਵਿੱਚ ਭੱਟਾਂ ਦੀ ਬਾਣੀ ਤੇ ਵੀ ਕਿੰਤੂ, ਇਹੋ ਜਿਹੇ ਹੋਏ ਆ। ਤੇ ਉਹਨਾਂ ਦੇ ਵਿੱਚੋਂ ਹੁਣ ਗਰੁੱਪ 2 ਬਣ ਗਏ। ਇੱਕ ਤਾਂ ਉਹੀ ਹੋ ਗਏ, ਉਹ ਤਾਂ ਕਹਿੰਦੇ ਵੀ ਰੱਬ ਕੋਈ ਵੱਖਰੀ ਹਸਤੀ ਨਹੀਂ ਹੈ, ਗਿਆਨ ਹੀ ਹੈ, ਬਸ ਜੋ ਕੋਈ ਹੈ ਗੁਰੂ ਗਿਆਨ ਹੀ ਹੈ। ਤੇ ਰੱਬ ਕਹਿੰਦੇ ਕੁਦਰਤ ਹੀ ਰੱਬ ਹੈ ਇਸ ਪਾਸੇ ਨੂੰ। ਇਹ ਇੱਕ ਨਵਾਂ ਜਿਹਾ ਕੰਮ ਜਿਹੜਾ ਹੈ ਨਾ,
ਤੇ ਇਹ ਗੱਲ ਇਸੇ ਤਰ੍ਹਾਂ ਉਹ ਫਿਰ ਜਦੋਂ ਕੋਈ ਗੱਲ ਦੇਖੋ ਤੇ ਸਾਖੀ ਸੁਣਾਉਣਗੇ ਇਹਨਾਂ ਨੂੰ ਬਾਬਾ ਦੀਪ ਸਿੰਘ ਦੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਤੇ ਕਦੇ ਨਹੀਂ ਸਪਸ਼ਟ ਕਹਿਣਗੇ ਇਹ ਕਿ ਹਾਂ ਜੀ ਸਿਰ ਕੱਟਿਆ ਗਿਆ ਤਲੀ ਤੇ ਰੱਖੇ, ਨਾ ਇਹ ਨਹੀਂ ਕਹਿਣਾ। ਬਿੰਗੀ ਟੇਢੀ ਜੀ ਗੱਲ, ਸ਼ਬਦਾਂ ਨੂੰ ਗੋਲ ਮੋਲ ਜਿਹਾ ਕਰਨਗੇ ਜੀ, ਕੱਟ ਲੱਗ ਗਿਆ ਸੀ, ਹੱਥ ਨਾਲ ਸਿਰ ਨੂੰ ਸੰਭਾਲ ਲਿਆ, ਐਂ ਜੇ ਵਿੱਚੋਂ ਗੱਲ ਕਰਨ। ਇਸੇ ਤਰ੍ਹਾਂ ਹੀ ਇਹ ਵੇਈ ਨਦੀ ਵਾਲਾ ਪ੍ਰਸੰਗ ਹੈ। ਆਹ ਜੀ ਉਹ ਇੱਥੇ ਪਤਾ ਕੀ ਮਹਾਰਾਜ 3 ਦਿਨ ਲੋਪ ਰਹੇ, ਇੰਨੀ ਗੱਲ ਕਹਿ ਕੇ ਗਾਹਾਂ ਲੰਘ ਜਾਣਾ। ਸਪਸ਼ਟ ਨਹੀਂ ਕਹਿੰਦੇ ਮਹਾਰਾਜ ਨੇ ਵੇਈ 'ਚ ਚੁੱਭਾ ਮਾਰਿਆ 3 ਦਿਨ ਨਿਕਲੇ ਨਹੀਂ ਵਿੱਚੋਂ, ਇਹ ਨਹੀਂ ਗੱਲ ਕਹਿਣਗੇ। ਹੋਰ ਹੀ ਇੱਧਰ ਉੱਧਰ ਦੀ ਲਿਆ ਕਿ ਲੋਪ ਰਹੇ, ਉਹ ਲੋਪ ਤਾਂ ਹੁਣ ਲੋਪ ਰਹਿਣ ਦਾ ਮਤਲਬ ਕੀ ਕੱਢੀਏ? ਲੋਪ ਤਾਂ ਕੋਈ ਕਹਿ ਦੇ ਪਾਸੇ ਕਿਤੇ ਲੁਕ ਕੇ ਰਹੇ, ਲੋਪ ਦਾ ਅਰਥ ਤਾਂ ਲੁਕਣਾ ਹੋ ਗਿਆ ਨਾ, ਛੁਪ ਕੇ ਰਹੇ। ਤੇ ਭਾਈ ਗੁਰਦਾਸ ਜੀ ਨੂੰ ਪੁੱਛਿਆ ਵੀ ਭਾਈ ਸਾਹਿਬ ਜੀ, ਸਿੱਖ ਕਹਿੰਦੇ ਤੁਸੀਂ ਦੱਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਵੇਈ 'ਚ ਚੁੱਭਾ ਮਾਰਿਆ ਫਿਰ ਉਹ ਕਿੱਥੇ ਗਏ? ਭਾਈ ਗੁਰਦਾਸ ਜੀ ਕਹਿੰਦੇ ਬਾਬਾ ਪੈਂਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵੇਈ ਵਿੱਚ ਗਏ, ਉੱਥੇ ਗੁਰਮੁਖੋ ਅਕਾਲ ਪੁਰਖ ਨੇ ਜੋ ਨਿਰਾਕਾਰ ਬ੍ਰਹਮ ਨਾਲ ਸਤਿਗੁਰਾਂ ਦਾ ਸਰਗੁਣ ਤੇ ਨਿਰਗੁਣ ਫਰਕ ਕੋਈ ਨਾ, ਚਲੋ ਕਥਾ ਤੁਸੀਂ ਸੁਣਦੇ ਹੋ ਬਹੁਤ ਵਾਰ ਦੱਸਿਆ, ਇੱਕ ਸਾਕਾਰ ਰੂਪ ਹੈ ਤੇ ਜੋ ਸਾਕਾਰ ਰੂਪ ਹੁੰਦਾ ਉਹ ਨਿਰਾਕਾਰ ਦਾ ਪੁੱਤਰ ਰੂਪ ਵੀ ਹੁੰਦਾ ਹੈ। ਗੁਰੂ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ। ਤੇ ਸਤਿਗੁਰੂ ਬਾਦਸ਼ਾਹ ਨੇ ਕਿਹਾ ਕਿਰਪਾ ਕਰੋ ਤੁਸੀਂ ਉਚਾਰਨ ਉੱਤੇ ਫਿਰ ਭਗਵਾਨ ਅਕਾਲ ਪੁਰਖ ਨੇ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਜਿਹਨੂੰ ਗ੍ਰੰਥਾਂ ਵਿੱਚ ਮਹਾ ਮੰਤਰ ਕਿਹਾ, ਸਭ ਤੋਂ ਮਹਾਨ ਵੱਡਾ ਜੋ ਮਹਾਮੁਖ ਇਹ ਮੰਤਰ। ਫਿਰ ਭਾਈ ਕਿਹਾ ਵੀ ਹੇ ਨਾਨਕ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਕਲਯੁਗ ਦੇ ਵਿੱਚ ਗੁਰੂ ਪਰਮੇਸ਼ਰ ਦੀ ਭਗਤੀ ਹੈ। ਜਿਹੜਾ ਵੀ ਕੋਈ ਗੁਰਸਿੱਖ ਮਿਲੇਗਾ ਮੈਨੂੰ, ਉਹ ਗੁਰੂ ਰਾਹੀਂ ਜੋ ਮੈਨੂੰ ਮਿਲ ਸਕਦਾ। ਤੇ ਤੁਸੀਂ ਅੱਗੇ ਉਚਾਰਨ ਕਰੋ। ਫਿਰ ਸਤਿਗੁਰਾਂ ਨੇ ਨਾਨਕ ਹੋਸੀ ਭੀ ਸੱਚ ਤੱਕ ਨਾਲ ਉਚਾਰਿਆ। ਤੇ ਜਦੋਂ ਮਹਾਰਾਜ ਜਿੱਥੇ ਸੰਤ ਘਾਟ ਵਾਲੇ ਸਥਾਨ ਤੇ ਉੱਥੇ ਮਹਾਰਾਜ ਬਾਹਰ ਨਿਕਲੇ ਤੀਜੇ ਦਿਨ, ਤੇ ਸਤਿਗੁਰੂ ਨੇ ਸਾਰਿਆਂ ਤੋਂ ਪਹਿਲਾਂ ਇਹ ਫਿਰ ਮੂਲ ਮੰਤਰ ਉਚਾਰਨ ਕੀਤਾ ਕਿ ਅੱਜ ਵੀ ਤੁਸੀਂ ਸੰਤ ਘਾਟ ਜਾਓਗੇ ਤਾਂ ਜਿਹੜਾ ਪਹਿਲਾਂ ਪੁਰਾਤਨ ਗੁਰਦੁਆਰਾ ਸਾਹਿਬ ਬਣਿਆ ਉਹਦੇ ਉੱਤੇ ਲਿਖਿਆ ਹੋਇਆ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ, ਕਿਉਂਕਿ ਜਿਹੜਾ ਕਾਲ ਜਪਣ ਦੀ ਗੱਲ ਜਿੱਥੇ ਤੱਕ ਉਹਦਾ ਗੁਰਮੁਖੋ ਚਾਹੇ ਸਤਨਾਮ ਸਤਨਾਮ ਕਹੀ, ਉਹ ਵੀ ਤਰਜੂ ਭਾਵਨਾ ਹੋਣੀ ਚਾਹੀਦੀ ਹੈ। ਇੱਕ ਓੰਕਾਰ ਹੀ ਮੁਖੋਂ ਜਪੀ ਚੱਲੇ, ਇੱਕ ਹੀ ਕਹੀ ਚੱਲੇ, ਉਹ ਵੀ ਤਰ ਜੇਗਾ। ਗੱਲ ਤਾਂ ਸੁਰਤੀ ਬ੍ਰਹਮ ਪਰਮਾਤਮਾ ਨਾਲ ਜੋੜਨ ਦੀ ਹੈ। ਇਹ ਤਾਂ ਪਰਮੇਸ਼ਰ ਦਾ ਕੋਈ ਸ਼ਬਦ ਉੱਥੇ ਤਾਂ ਹੁਣ ਇਹ ਜਿਹੜੇ ਹੈ ਕਿਥੇ ਮਰਾ ਕਹਿਣ ਵਾਲੇ ਵੀ ਤਰ ਗਏ, ਕਿਸੇ ਨੇ ਕੋਈ ਕਿੰਨੇ ਹੋਰ ਸ਼ਬਦਾਂ ਦਾ ਜਾਪ ਕਰਨ ਵਾਲੇ, ਉਹ ਮਹਾਰਾਜ ਨੇ ਉਸੇ ਤਰ੍ਹਾਂ ਦੇ ਉਹਨਾਂ ਦੇ ਫਿਰ ਅੱਲਾਂ ਵੀ ਪਈਆਂ ਨਾਲ। ਗੁਰੂ ਪਾਤਸ਼ਾਹ ਮਹਾਰਾਜ ਉਹ ਕਿੱਥੇ ਹਨ? ਉਹ ਭਾਈ ਸਾਰੀ ਗੱਲ ਭਾਈ ਗੁਰਦਾਸ ਜੀ ਵਰਗੇ ਗੁਰਮੁਖਾਂ ਨੇ ਵੀ ਲਿਖੀ ਤੇ ਪ੍ਰਾਤਨ ਇਤਿਹਾਸ ਵਿੱਚ ਸਾਰੀ ਸਪਸ਼ਟ ਲਿਖੀ ਹੋਈ ਹੈ। ਸਾਰੇ ਆ ਗਏ ਹਨ। ਤੇ ਬੇਬੇ ਨਾਨਕੀ ਹੈ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ ਸੀ। ਕੋਈ ਕੁਛ ਕਹਿੰਦਾ, ਕੋਈ ਕੁਛ, ਕੋਈ ਕਹੇ ਡੁੱਬ ਗਿਆ ਹੈ, ਕੋਈ ਕਹੇ ਮੌਤ ਹੋ ਗਈ ਹੈ। ਸਵਈਆ ਨਾਨਕੀ ਏਕ ਰਹੀ ਔਰ ਮੈਂ ਥਿਰ, ਬੇਬੇ ਨਾਨਕੀ ਇੱਕ ਹਿਰਦੇ ਤੋਂ ਸਥਿਰ ਰਹੀ। ਔਰਨ ਕੀ ਸ਼ਰਧਾ ਭਰਮ ਆਈ, ਹੋਰਾਂ ਦੀ ਸ਼ਰਧਾ ਤੇ ਭਰਮ ਗਈ। ਸਹੋਦਰ ਈਸ਼ਰ ਕੋ ਅਵਤਾਰ, ਸਹੋਦਰ ਬੇਬੇ ਨਾਨਕੀ ਜਾਣਦੀ ਹੈ। ਸਹੋਦਰ ਦਾ ਅਰਥ ਕੀ ਹੈ? ਸਹਿਤ ਉਦਰ, ਜਿਹੜੇ ਇੱਕੋ ਉਦਰ ਤੋਂ ਪੈਦਾ ਹੋਏ, ਭਾਵ ਇੱਕੋ ਮਾਂ ਦੇ ਪੇਟੋਂ ਜੰਮਿਆ ਭਰਾ। ਸਹੋਦਰ ਦਾ ਅਰਥ ਇੱਥੇ ਬਣ ਗਿਆ ਭਰਾ। ਸਹੋਦਰ ਈਸ਼ਰ ਕੋ ਅਵਤਾਰ, ਉਹ ਜਾਣਦੀ ਹੈ ਮੇਰਾ ਭਰਾ ਈਸ਼ਵਰ ਪਰਮੇਸ਼ਰ ਦਾ ਅਵਤਾਰ ਹੈ। ਕਰੈ ਨਰ ਖੇਲ ਅਪੇਲ ਸਦਾਈ, ਉਹ ਤਾਂ ਮਨੁੱਖੀ ਖੇਡਾਂ ਜਿਹੜੀਆਂ ਹਨ ਉਹ ਅਚਲ ਰੂਪ ਦੇ ਵਿੱਚ ਸਦਾ ਕਰ ਰਿਹਾ ਹੈ। ਕੰਤ ਕੇ ਸੰਗ ਗਿਰਾ ਉਚਰੀ, ਤੇ ਭਾਈਆ ਜੈ ਰਾਮ ਆਪਣੇ ਪਤੀ ਦੇ ਨਾਲ ਬੇਬੇ ਨਾਨਕੀ ਜੀ ਨੇ ਬਚਨ ਕਹੇ। ਸਮਝਾਵਤ ਮਾਤ ਪਿਤਾ ਭਰ ਜਾਈ,
ਆਪਣੇ ਮਾਤਾ ਪਿਤਾ ਨੂੰ, ਭਰਜਾਈ ਮਾਤਾ ਸੁਲੱਖਣੀ ਜੀ ਨੂੰ ਵੀ ਸਮਝਾਉਂਦੇ ਹਨ। ਭਰਾਤ ਕੋ ਆਇਓ ਲਖੋ ਅਬ ਹੀ, ਕਿ ਤੁਸੀਂ ਡੋਲੋ ਨਾ, ਤੁਸੀਂ ਭਰਾ ਨੂੰ ਹੁਣੇ ਹੀ ਆਇਆ ਜਾਣੋ। ਤੁਮ ਰਹਿਨ ਬਿਤੇ ਜਿਮ ਸੂਰਜ ਆਈ। ਹਾਂ, ਭਰਾਤ ਕੋ ਆਇਓ ਲਖੋ ਅਬ ਹੀ ਤੁਮ, ਤੁਸੀਂ ਹੁਣੇ ਉਸ ਨੂੰ ਆਇਆ ਜਾਣੋ। ਰੈਨ ਬਿਤੇ ਜਿਮ ਸੂਰਜ ਆਈ, ਜਿਵੇਂ ਰਾਤ ਬੀਤ ਜਾਂਦੀ ਹੈ ਤੇ ਫਿਰ ਸੂਰਜ ਚੜ੍ਹ ਆਉਂਦਾ ਹੈ। ਦੋਹਰਾ ਅਸ ਪ੍ਰਕਾਰ ਸਭ ਹੋਤ ਭੇ, ਅਚਰਜ ਪੁਰ ਨਰ ਨਾਰ। ਇਸ ਤਰ੍ਹਾਂ ਭਾਈ ਸਾਰੇ ਹੀ ਨਗਰ ਵਿੱਚ ਜਿੰਨੇ ਮਾਈ ਭਾਈ ਨੇ ਅਚਰਜ ਹੋ ਰਹੇ, ਹੈਰਾਨ ਹੋ ਰਹੇ ਨੇ। ਕੋ ਇੱਕ ਸੋ ਜਸ ਉਚਾਰ ਹੀ, ਕੋ ਇੱਕ ਨਿੰਦਹਿ ਗੁਆਰ। ਕੋਈ ਇੱਕ ਤੇ ਉਹ ਨੇ ਜਿਹੜੇ ਗੁਰਮੁਖ ਹੈ, ਉਹ ਤਾਂ ਭਾਈ ਜਸ ਕਹਿ ਰਹੇ ਨੇ ਮਹਾਰਾਜ ਦਾ। ਕੋਈ ਇੱਕ ਐਸੇ ਵੀ ਨੇ ਗੁਆਰ, ਜੋ ਸੰਤ ਰੇਣ ਜੀ ਕਹਿੰਦੇ ਗੁਆਰ ਮੂਰਖੋ ਨਿੰਦਿਆ ਵੀ ਕਰ ਰਹੇ ਹਨ। ਨਗਰ ਨਰਨ ਪਰਵਾਰ ਪੁਨ, ਸਭ ਕੀ ਦਸ਼ਾ ਵਿਚਾਰ। ਨਗਰ ਦੇ ਲੋਕਾਂ ਦੀ ਔਰ ਪਰਿਵਾਰ ਦੀ, ਫਿਰ ਸਾਰਿਆਂ ਦੀ ਹਾਲਤ ਨੂੰ ਵਿਚਾਰ ਕਰਕੇ ਦੁਤੀਆ ਰੈਨ ਮੈਂ ਨਾਨਕੀ, ਧਰਿਓ ਧਿਆਨ ਸੁਖ ਸਾਰ। ਤਾਂ ਦੂਜੀ ਰਾਤ ਹੋ ਗਈ, ਇੱਕ ਰਾਤ ਪਹਿਲਾਂ ਬੀਤ ਗਈ, ਭਾਵ 2 ਦਿਨ ਤੇ ਇੱਕ ਰਾਤ ਬੀਤ ਗਈ ਹੈ। ਦੂਜੀ ਰਾਤ ਜਿਹੜੀ ਹੈ ਉਹ ਫਿਰ ਬੇਬੇ ਨਾਨਕੀ ਜੀ ਬੈਠ ਗਏ ਚੌਂਕੜਾ ਮਾਰ ਕੇ ਤੇ ਧਿਆਨ ਧਰਿਆ ਸੁੱਖਾਂ ਦੀ ਸਾਰ ਸਤਿਗੁਰਾਂ ਦਾ। ਸਰਬ ਰਹਿਨ ਬਿਨ ਸੈਨ ਕੇ, ਕਹਿਤ ਸੁਜਸ ਕੇ ਬੈਨ। ਸਾਰੀ ਰਾਤ ਬਿਨਾਂ ਸੌਣ ਤੋਂ ਜਾਗ ਕਰਕੇ ਸ੍ਰੇਸ਼ਟ ਜਸ ਦੇ ਬਚਨ ਕਹਿੰਦੇ ਰਹੇ। ਭਰਾਤ ਅਰਾਧਤ ਪ੍ਰੀਤ ਕਰ, ਹਿਰਦੈ ਚਿਤਵ ਗੁਣ ਐਨ। ਭਰਾ ਨੂੰ ਰਾਧ ਰਹੇ ਨੇ ਬਹੁਤ ਪ੍ਰੀਤ ਪ੍ਰੇਮ ਕਰਕੇ, ਔਰ ਹਿਰਦੇ ਦੇ ਵਿੱਚ ਸਾਰੇ ਗੁਣਾਂ ਨੂੰ ਚਿਤਵ ਰਹੇ ਹਨ। ਆਸ ਪ੍ਰਕਾਰ ਭੀ ਪੁਰ ਵਿਖੈ, ਸੁਨੋ ਬਹੁਰ ਗੁਰ ਗਾਥ। ਇਹ ਤੇ ਬੇਬੇ ਨਾਨਕੀ ਜੀ ਦਾ ਭਰੋਸਾ ਹੈ। ਕਹਿੰਦੇ ਇਸ ਤਰ੍ਹਾਂ ਭਾਈ ਨਗਰ ਵਿੱਚ ਵੀ ਕੀ ਹੋਇਆ ਉਹ ਵੀ ਸਾਰੀ ਕਥਾ ਸੁਣ ਲਵੋ। ਛੀਰ ਦੱਧ ਜਸ ਗੁਰ ਗਏ, ਮਿਲੇ ਬਿਸ਼ਨ ਜੂ ਸਾਥ। ਉਹ ਕਿਵੇਂ ਹਨ? ਛੀਰ ਦੱਧ ਗੁਰ ਜਸ ਗੁਰ ਗਏ। ਛੀਰ ਦੱਧ ਕਹਿੰਦੇ ਨੇ ਦੁੱਧ ਦਾ, ਇਹ ਕਹਿ ਲੋ ਸੰਖੇਪ ਰੂਪ ਧਾਰ ਗਊ ਰੂਪ। ਛੀਰ ਦੱਧ ਉਸ ਨੂੰ ਕਿਹਾ। ਜਸ ਗੁਰ ਗਏ, ਜਦੋਂ ਉੱਥੇ ਸਤਿਗੁਰੂ ਗਏ ਹਨ। ਮਿਲੇ ਬਿਸ਼ਨ ਜੂ ਸਾਥ, ਤਾਂ ਜੋ ਵਿਸ਼ਨੂੰ ਭਗਵਾਨ ਦੇਵਤਾ ਹੈ 3 ਮੁਖ ਦੇਵਤਿਆਂ ਵਿੱਚੋਂ, ਉਹ ਵੀ ਨਾਲ ਮਿਲੇ ਹਨ। ਵਰਨ ਦੇਵ ਬੇਨਤੀ ਕਰੀ, ਹੇ ਕਰੁਣਾ ਹੇ ਗੁਰ ਕਰਨਾ ਨਾਥ। ਤੇ ਵਰਨ ਦੇਵਤਾ ਉਹਨੇ ਵੀ ਬੇਨਤੀ ਕੀਤੀ, ਹੋਰ ਦੇਵੀ ਦੇਵਤੇ ਸਾਰੇ ਮਹਾਰਾਜ ਦੇ ਨਾਲ ਹੋ ਚੱਲੇ। ਵਰਨ ਦੇਵਤੇ ਨੇ ਬੇਨਤੀ ਕੀਤੀ, ਹੇ ਗੁਰੂ ਸਾਹਿਬ, ਹੇ ਕਰੁਣਾ ਨਾਥ, ਕਰੁਣਾ ਕਿਰਪਾ ਦੇ ਮਾਲਕ, ਨਿਰੰਕਾਰ ਆਕਾਰ ਹੋ, ਦੇਹੋ ਦਰਸ ਚਲ ਸਾਥ। ਇਹ ਮਹਾਰਾਜ ਕਿਰਪਾ ਕਰੋ, ਨਿਰੰਕਾਰ ਦਾ ਰੂਪ ਹੋ ਕਰਕੇ ਮਹਾਰਾਜ ਜੀ ਮੈਨੂੰ ਦਰਸ਼ਨ ਦੇਵੋ, ਨਾਲ ਚੱਲੋ। ਮੁਰੋ ਭਵਨ ਪਾਵਨ ਕਰੋ, ਪਾਵਨ ਪਾਵਨ ਪਾਏ। ਕਿਰਪਾ ਕਰੋ ਮਹਾਰਾਜ, ਮੇਰਾ ਭਵਨ ਵੀ ਜਿਹੜਾ ਹੈ ਉਹ ਪਵਿੱਤਰ ਕਰ ਦਿਓ, ਆਪਣੇ ਪਵਿੱਤਰ ਚਰਨ ਪਾ ਕਰਕੇ। ਸਭ ਦਦਨ ਜਲ ਜੰਤ ਜੇ, ਤਿਨ ਕੋ ਮੁਕਤ ਕਰਾਏ। ਤੇ ਨਾਲ ਹੀ ਦੇਖੋ ਜਿੰਨੇ ਵੀ ਹਨ ਸਾਰੇ ਭਾਈ ਦਦਨ, ਸਮੁੰਦਰ ਦੇ ਜਿੰਨੇ ਜੀਆ ਜੰਤ ਸਨ, ਉਹਨਾਂ ਦਾ ਵੀ ਗੁਰੂ ਪਾਤਸ਼ਾਹ ਨੇ ਭਲਾ ਕਰ ਦਿੱਤਾ, ਉਹ ਵੀ ਗੁਰਮੁਖੋਂ ਤਾਰ ਦਿੱਤੇ। ਸਭ ਦਦਨ ਜਲ ਜੰਤ ਜੇ, ਸਾਰੇ ਜਲ ਦੇ ਸਮੁੰਦਰ ਦੇ ਜਿੰਨੇ ਵੀ ਜੀਆ ਜੰਤ ਹੈ, ਤੈਨੂੰ ਕੋ ਮੁਕਤ ਕਰਾਏ, ਉਹਨਾਂ ਨੂੰ ਮੁਕਤ ਕਰਾਇਆ ਹੈ।
ਬਿਨਤੀ ਸੁਨ ਤਬ ਬਰਨ ਕੀ ਆਰੂਢੇ ਤਤਕਾਲ। ਫਿਰ ਇਹ ਬੇਨਤੀ ਸੁਣ ਕੇ ਬਰਨ ਦੇਵਤੇ ਦੇ ਸਤਿਗੁਰੂ ਜੀ ਤੁਰੰਤ ਹੀ ਜੋ ਵਿਵਾਨ ਵਿੱਚ ਅਸਵਾਰ ਹੋਏ। ਬਰਨ ਦੇਸ ਜਲ ਜੰਤ ਜੇ ਤਿਨ ਕੋ ਕਰਿਓ ਨਿਹਾਲ। ਇਹ ਬਰਨ ਦੇਵਤੇ ਦੇ ਦੇਸ਼ ਸਾਰੇ ਜਲ ਜੰਤ ਜਿੰਨੇ ਨੇ ਜਲ ਦੇ ਜੰਤ ਸਭ ਨੂੰ ਹੀ ਭਾਈ ਮਹਾਰਾਜ ਨੇ ਨਿਹਾਲ ਕਰ ਦਿੱਤਾ ਹੈ। ਸ੍ਰੀ ਬਿਸ਼ਨ ਜੀ ਸੁਨਿਓ ਜਬ ਸ੍ਰੀ ਨਾਨਕ ਆਗਮਨ। ਜਦੋਂ ਫਿਰ ਵਾਪਸ ਆਉਂਦੇ ਸ੍ਰੀ ਵਿਸ਼ਨੂੰ ਭਗਵਾਨ ਦੇਵਤੇ ਨੇ ਸੁਣਿਆ ਤੇ ਉਹ ਕਿ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਆਏ ਹਨ। ਲక్ష్ਮੀ ਜੁਤ ਆਵਤ ਭਇਓ ਦਰਸੇ ਕਰਨਾ ਭਗਨ। ਤੇ ਉਸਨੇ ਵੀ ਲక్ష్ਮੀ ਸਮੇਤ ਆ ਕਰਕੇ ਕਰਨਾ ਭਵਨ ਕਿਰਪਾ ਦੇ ਭਵਨ ਸਤਿਗੁਰੂ ਦੇ ਦਰਸ਼ਨ ਕੀਤੇ ਹਨ। ਚੌਪਈ ਮਿਲੇ ਪਰਸ ਪਰ ਕੀਨ ਪ੍ਰਣਾਮ। ਆਪਸ ਵਿੱਚ ਮਿਲੇ ਹਨ, ਪ੍ਰਣਾਮ ਕੀਤਾ ਹੈ। ਪੁੰਨ ਲੈ ਚੱਲੇ ਬਿਸ਼ਨ ਨਿਜ ਧਾਮ। ਫਿਰ ਵਿਸ਼ਨੂੰ ਜੀ ਮਹਾਰਾਜ ਨੂੰ ਆਪਣੇ ਧਾਮ ਆਪਣੇ ਘਰ ਵੀ ਜਿੱਥੇ ਉਹਨਾਂ ਦਾ ਧਾਮ ਹੈ ਬਿਸ਼ਨਪੁਰੀ ਉਹ ਲੈ ਚੱਲੇ। ਸੇਸ ਸੇਜ ਪਰ ਗੁਰ ਬੈਠਾਏ। ਜੋ ਖੀਰ ਸਮੁੰਦਰ ਦੇ ਵਿੱਚ ਜੋ ਕਥਾ ਹੈ ਪੁਰਾਣਾ ਵਿੱਚ ਵੀ ਜੋ ਵਿਸ਼ਨੂੰ ਭਗਵਾਨ ਹੈ ਉਹ ਸ਼ੇਸ਼ਨਾਗ ਦੀ ਸੇਜਾ ਬਣਾ ਕੇ ਉਹਦੇ ਤੇ ਲੇਟ ਕੇ ਰਹਿੰਦਾ ਹੈ। ਤੇ ਫਿਰ ਸਤਿਗੁਰਾਂ ਨੂੰ ਜਦੋਂ ਲੈ ਕੇ ਗਿਆ ਉਸ ਸੇਜ ਦੇ ਉੱਤੇ ਸੇਸ ਦੀ ਜਿਹੜਾ ਸਰਪ ਹੈ ਉਹਦੀ ਸੇਜਾ ਤੇ ਸਤਿਗੁਰਾਂ ਨੂੰ ਬਿਠਾਇਆ ਆਦਰ ਸਤਿਕਾਰ ਨਾਲ। ਬਹੁ ਵਿਧ ਉਸਤਤ ਮੁਖੋਂ ਅਲਾਏ। ਬਹੁਤ ਤਰ੍ਹਾਂ ਦੀ ਜਿਹੜੀ ਉਸਤਤੀ ਹੈ ਸਤਿਗੁਰਾਂ ਦੀ ਮੁਖੋਂ ਕਹੀ ਹੈ। ਗੁਰੂ ਰੂਪ ਤੁਮ ਕੀਨੋ ਧਾਰਨ। ਵੀ ਹੇ ਪਰਮੇਸ਼ਰ ਜੀ ਤੁਸੀਂ ਇਹ ਗੁਰੂ ਰੂਪ ਗੁਰੂ ਨਾਨਕ ਸਰੂਪ ਇਹ ਆਪ ਜੀ ਨੇ ਧਾਰਨ ਕੀਤਾ ਹੈ। ਕਾਰਨ ਜਗ ਕੇ ਹੇਤ ਸੁਧਾਰਨ। ਕਿਸ ਵਾਸਤੇ ਕੀਤਾ? ਜਗਤ ਦਾ ਸੁਧਾਰ ਕਰਨ ਦੇ ਵਾਸਤੇ। ਕਿਰਪਾ ਕੀਨ ਨਿਜ ਦਰਸ਼ਨ ਦੀਨਾ। ਇਹ ਤੇ ਬਹੁਤ ਤੁਸੀਂ ਕਿਰਪਾ ਕੀਤੀ ਜੋ ਤੁਸੀਂ ਆਪਣੇ ਦਰਸ਼ਨ ਦਿੱਤੇ। ਮੈਂ ਹਉ ਰਾਵਰ ਸਦਾ ਅਧੀਨਾ। ਤੁਸੀਂ ਪਰਮੇਸ਼ਰ ਰੂਪ ਹੋ ਤੇ ਮੈਂ ਹੇ ਅਕਾਲ ਪੁਰਖ ਸਰੂਪ ਸਤਿਗੁਰੂ ਤੁਹਾਡੇ ਸਦਾ ਅਧੀਨ ਹਾਂ ਅਨੁਸਾਰ ਹਾਂ। ਸੁਣ ਸ੍ਰੀ ਸਤਿਗੁਰ ਬਚਨ ਉਚਾਰੇ। ਇਹ ਸੁਣ ਕੇ ਭਾਈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਬਚਨ ਕਹੇ। ਨਿਰੰਕਾਰ ਹਮ ਸਭ ਆਧਾਰੇ। ਭਾਈ ਜੋ ਅਸਲ ਸਰੂਪ ਨਿਰਾਕਾਰ ਬ੍ਰਹਮ ਹੈ ਅਸੀਂ ਭਲੇ ਵਾਸਤੇ ਇਹ ਜਾਮਾ ਧਾਰਿਆ ਹੈ। ਜੋ ਸਭ ਦਾ ਸਾਡਾ ਆਸਰਾ ਹੈ ਉਹ ਨਿਰੰਕਾਰ ਹੀ ਹੈ। ਹਮ ਤੁਮ ਸੇਵਕ ਸਭ ਹੈ ਤਿਸੀ ਕੇ। ਅਸੀਂ ਤੁਸੀਂ ਸਾਰੇ ਉਸ ਨਿਰਾਕਾਰ ਦੇ ਹੀ ਸੇਵਕ ਹਾਂ। ਕਰੈ ਜੋ ਆਗਿਆ ਹੈ ਨੀਕੇ। ਜੋ ਉਹਦੀ ਆਗਿਆ ਹੁੰਦੀ ਹੈ ਉਹੀ ਸ਼ੁਭ ਕਾਰਜ ਕਰਦੇ ਆ। ਜੋ ਸ਼ੁਭ ਆਗਿਆ ਦਿੰਦਾ ਹੈ ਉਹੀ ਭਾਈ ਜੀ ਨੂੰ ਜਿਹਨੂੰ ਕੋਈ ਹੁਕਮ ਡਿਊਟੀ ਹੈ ਉਹ ਕਰ ਰਿਹਾ ਹੈ। ਇਤਕ ਕਾਲ ਬੈਠੇ ਹਰ ਪਾਸ। ਕੁਝ ਕੁ ਸਮਾਂ ਇਉਂ ਵਿਸ਼ਨੂੰ ਜੀ ਦੇ ਕੋਲ ਸਤਿਗੁਰੂ ਬੈਠੇ ਹਨ। ਬਹੁ ਵਿਧ ਕੀਨੇ ਬਚਨ ਬਿਲਾਸ। ਬਹੁਤ ਤਰ੍ਹਾਂ ਦੇ ਬਚਨ ਬਿਲਾਸ ਕੀਤੇ। ਇਤਹਿ ਨਾਨਕੀ ਦ੍ਰਿੜ ਪ੍ਰਤੀਤ। ਹੁਣ ਇੱਧਰ ਬੇਬੇ ਨਾਨਕੀ ਜੀ ਦਾ ਪਰਪੱਕ ਭਰੋਸਾ ਪ੍ਰਤੀਤੀ ਹੈ। ਜਾਨਤ ਭੇ ਗੁਰ ਸਗਰੀ ਰੀਤ। ਉਹ ਸਾਰੀ ਗੁਰੂ ਮਹਾਰਾਜ ਵੀ ਸਾਰੀ ਰੀਤੀ ਨੂੰ ਜਾਣਦੇ ਨੇ ਜਾਂ ਬੇਬੇ ਨਾਨਕੀ ਦੇ ਭਰੋਸੇ ਨੂੰ। ਕਹੇ ਗੁਰ ਹੈ ਸ੍ਰੀ ਪਤ ਅਬ ਜਾਵੇ। ਕਹੇ ਗੁਰ ਹੈ ਸ੍ਰੀ ਪਤ ਅਬ ਜਾਵੇ। ਸ੍ਰੀ ਪਤ ਸ੍ਰੀ ਕਹੀਏ ਜੋ ਲక్ష్ਮੀ ਪਤ ਨਾਮ ਪਤੀ ਤਾਂ ਸਤਿਗੁਰੂ ਜਾਣ ਕੇ ਗੁਰੂ ਮਹਾਰਾਜ ਕਹੇ ਗੁਰ ਹੇ ਸ੍ਰੀ ਪਤ ਅਬ ਜਾਵੇ। ਕਹਿਣ ਲੱਗੇ ਮਹਾਰਾਜ ਵੀ ਹੇ ਵਿਸ਼ਨੂੰ ਜੀ ਚੰਗਾ ਹੁਣ ਅਸੀਂ ਚੱਲਦੇ ਹਾਂ। ਪ੍ਰੇਮ ਵਸੀ ਅਬ ਰਹਿ ਨਾ ਸਕਾਵੇ। ਕਿਉਂਕਿ ਅਸੀਂ ਵੀ ਪ੍ਰੇਮ ਦੇ ਵਸ ਹੋਏ ਇੱਥੇ ਹੁਣ ਰਹਿ ਨਹੀਂ ਸਕਦੇ। ਬੇਬੇ ਨਾਨਕੀ
ਸਾਡੀ ਭੈਣ ਸਾਨੂੰ ਯਾਦ ਕਰ ਰਹੀ ਹੈ। ਅਸ ਕਹਿ ਬਰਨ ਬੁਲਾਇਓ ਪਾਸ। ਇਸ ਤਰ੍ਹਾਂ ਕਹਿ ਕੇ ਬਰਨ ਦੇਵਤਾ ਸੱਦ ਲਿਆ ਹੈ। ਮਿਲ ਹਰ ਸੋ ਚੜ੍ਹ ਵਾਹਿਨ ਖਾਸ। ਇਉਂ ਭਾਈ ਵਿਸ਼ਨੂੰ ਜੀ ਨੂੰ ਮਿਲ ਕੇ ਫਿਰ ਮਹਾਰਾਜ ਜੀ ਆਪ ਉਸ ਭਵਾਨ ਵਿੱਚ ਚੜ੍ਹ ਗਏ। ਪਹੁੰਚੇ ਤਹਿ ਲੁਪਤੇ ਥੇ ਜਹ ਤੇ। ਉੱਥੇ ਹੀ ਉਸੇ ਵੇਈ ਨਦੀ ਵਿੱਚ ਹੀ ਪਹੁੰਚ ਗਏ ਜਿੱਥੇ ਲੋਪ ਹੋਏ ਸਨ। ਬਰਨ ਨਮੋ ਕਰ ਬਿਦਾ ਸੋ ਤਹਿ ਤੇ ਬਰਨ ਦੇਵਤੇ ਨੇ ਨਮਸਕਾਰ ਕੀਤੀ। ਫਿਰ ਉੱਥੋਂ ਭਾਈ ਵਿਦਾ ਹੋ ਗਿਆ। ਇੱਕ ਗੁਰਦਾਸ ਪ੍ਰੇਮ ਕੇ ਸਾਥ। ਇੱਕ ਜਿਹੜਾ ਭਾਈ ਗੁਰੂ ਦਾ ਸੇਵਕ ਹੈ ਬਹੁਤ ਪ੍ਰੇਮ ਨਾਲ, ਇਹ ਭਾਈ ਭਗੀਰਥ ਸੀ। ਬਸਤਰ ਨਿਤ ਲਜਾਵਤ ਨਾਥ। ਉਹ ਮਾਲਕ ਸਤਿਗੁਰੂ ਜੀ ਦੇ ਰੋਜ਼ ਬਸਤਰ ਲੈ ਕੇ ਉੱਥੇ ਬੈਠ ਜਾਂਦਾ ਹੈ। ਤ੍ਰਿਤੀ ਪ੍ਰਭਾਤ ਗੁਰੂ ਦਰਸਾਇਓ। ਜਦੋਂ ਤੀਜਾ ਸਵੇਰ ਹੋਈ ਹੈ, ਤੀਜੇ ਦਿਨ ਦੀ ਸਤਿਗੁਰੂ ਦੇ ਦਰਸ਼ਨ ਹੋਏ। ਦੌਰ ਗੁਰੂ ਕੇ ਪਗ ਲਪਟਾਇਓ। ਭੱਜ ਕੇ ਸਤਿਗੁਰਾਂ ਦੇ ਚਰਨੀ ਲਿਪਟ ਗਿਆ ਹੈ। ਸਤਿਗੁਰ ਕਰਨਾ ਤਿਸ ਪਰ ਕੀਨੀ। ਸਤਿਗੁਰੂ ਜੀ ਨੇ ਉਹਦੇ ਤੇ ਭਾਈ ਕਿਰਪਾ ਕਰ ਦਿੱਤੀ। ਜਨਮ ਮਰਨ ਫਾਸੀ ਕੱਟ ਦੀਨੀ। ਤੇ ਜਨਮ ਮਰਨ ਦੀ ਫਾਹੀ ਉਸ ਦੀ ਕੱਟ ਦਿੱਤੀ। ਦੋਹਰਾ ਕਹਿਓ ਗੁਰੂ ਅਬ ਬਿਲਮ ਬਿਨ ਜਾਹੋ ਜਰਾਮ ਆਵਾਸ। ਫਿਰ ਸਤਿਗੁਰੂ ਜੀ ਕਹਿਣ ਲੱਗੇ, ਭਾਈ ਜਾ ਹੁਣ ਬਿਨਾਂ ਦੇਰੀ ਤੋਂ ਜੈ ਰਾਮ ਦੇ ਘਰ। ਜਹ ਬੈਸੀ ਸ੍ਰੀ ਨਾਨਕੀ ਧਰਿਓ ਧਿਆਨ ਸੁਖ ਰਾਸ। ਜਿੱਥੇ ਬੇਬੇ ਨਾਨਕੀ ਜੀ ਧਿਆਨ ਧਰੀ ਬੈਠੇ ਹਨ ਸੁੱਖਾਂ ਦੇ ਰਾਸ ਸਤਿਗੁਰੂ ਜੀ ਦਾ। ਸਵਈਆ ਸੁਨ ਸਰੋਨ ਵਿਖੇ ਗਇਓ ਦਾਸ ਤਬੈ। ਇਹ ਗੱਲ ਕੰਨੀ ਸੁਣ ਕੇ ਉਹ ਸੇਵਕ ਫਿਰ ਗਿਆ ਹੈ। ਜਹ ਨਾਨਕੀ ਧਿਆਨਹਿ ਕੇ ਚਹ ਨਾਨਕੀ ਧਿਆਨਹਿ ਕੇ ਰਸ ਭੀਨੀ। ਜਿੱਥੇ ਬੇਬੇ ਨਾਨਕੀ ਧਿਆਨ ਦੇ ਵਿੱਚ ਪ੍ਰੇਮ ਰਸ ਵਿੱਚ ਭਿੱਜੀ ਹੈ। ਪਰਵਸ਼ਿਓ ਘਰ ਜਾਏ ਬਿਲੋਕੀ ਤਹਾਂ। ਤੇ ਘਰ ਵਿੱਚ ਪ੍ਰਵੇਸ਼ ਹੋਇਆ ਸੇਵਕ ਵੇਖਿਆ ਉੱਥੇ ਕਰ ਆਸਨ ਬੈਠ ਅਡੋਲ ਪ੍ਰਬੀਨੀ। ਜੋ ਬਹੁਤ ਸਿਆਣਪਣਾ ਭਰੀ ਹੋਈ ਬੇਬੇ ਨਾਨਕੀ ਆਸਣ ਲਾ ਕੇ ਅਡੋਲ ਬੈਠੀ ਹੈ। ਇੱਕ ਭਰਾਤ ਆਰਾਧਨ ਕੀ ਲਿਵ ਲਾਗੀ ਹੈ। ਇੱਕ ਭਰਾ ਨੂੰ ਚੇਤੇ ਕਰਨ ਦੀ ਆਰਾਧਨ ਦੀ ਹੋਈ ਲਿਵ ਲੱਗੀ ਹੈ। ਤਾਹੀ ਸਮੇਂ ਤਿਨ ਬੰਧਨ ਕੀਤੀ। ਤਾਹੀ ਸਮੇਂ ਤਿਨ ਬੰਧਨ ਕੀਨੀ। ਉਸ ਸਮੇਂ ਫਿਰ ਉਹ ਸੇਵਕ ਨੇ ਬੇਬੇ ਨਾਨਕੀ ਜੀ ਨੂੰ ਬੰਦਨਾ ਕੀਤੀ। ਸੁਨ ਭੋ ਸੁਮਤੇ ਤਵ ਆਇਓ ਸਹੋਦਰ। ਕਹਿਣ ਲੱਗਿਆ, ਹੇ ਸ੍ਰੇਸ਼ਟ ਮੱਤ ਵਾਲੀ ਬੇਬੇ ਨਾਨਕੀ ਸੁਣੋ, ਤੁਹਾਡਾ ਭਰਾ ਆ ਗਿਆ ਹੈ। ਬੇਗ ਮਿਲੋ ਕਰ ਸੋਚਨ ਹੀਨੀ। ਆਪਣੀਆਂ ਸੋਚਾਂ ਨੂੰ ਨਾਸ਼ ਕਰੋ ਤੇ ਤੇਜੀ ਬੇਛੇਤੀ ਜਾ ਕੇ ਮਿਲ ਲਓ। ਯੋ ਸੁਨ ਸਲੋ ਦੋਹਰਾ ਯੋ ਸੁਨ ਕੈ ਪਰਿਵਾਰ ਸਵਈਆ ਹੀ ਹੈ। ਯੋ ਸੁਨ ਕੈ ਪਰਿਵਾਰ ਸੰਪੂਰਨ। ਇਹ ਸੁਣ ਕੇ ਸਾਰਾ ਹੀ ਜੋ ਪਰਿਵਾਰ ਹੈ ਸ਼ੋਕ ਸਭੀ ਤਜ ਦੂਰ ਕਰਾਈ। ਜਿੰਨਾ ਵੀ ਸ਼ੋਕ ਸੀ ਸਾਰਾ ਛੱਡ ਕੇ ਦੂਰ ਕਰ ਦਿੱਤਾ। ਦੌਰ ਦਿਆਰ ਸੋ ਆਏ ਮਿਲੇ ਤਹ। ਸਾਰੇ ਭਾਈ ਭੱਜੇ ਆਏ ਆ ਕੇ ਦਿਆਲੂ ਸਤਿਗੁਰੂ ਜੀ ਨੂੰ ਮਿਲੇ ਹਨ। ਕਾਲ ਆਨੰਦ ਕਹਿਓ ਨਹਿ ਜਾਈ। ਉਸ ਸਮੇਂ ਕੀ ਆਨੰਦ ਤੇ ਖੁਸ਼ੀ ਸੀ ਉਹ ਭਾਈ ਸੰਤ ਰੇਣ ਜੀ ਕਹਿੰਦੇ ਸ਼ਬਦਾਂ 'ਚ ਨਹੀਂ ਉਸ ਨੂੰ ਬਿਆਨ ਕੀਤਾ ਜਾ ਸਕਦਾ। ਰੌਰ ਪਰਾਪੁਰ ਸਾਰੇ ਵਿਖੇ। ਸਾਰੇ ਨਗਰ ਵਿੱਚ ਰੌਲਾ ਪੈ ਗਿਆ ਹੈ। ਵਿਸਮਾਦ ਹਿਰਦੈ ਅਵਲੋਕ ਲੁਕਾਈ। ਤੇ ਭਾਈ ਜਿੰਨੇ ਵੀ ਨੇ ਬੜੀ ਲੁਕਾਈ ਦੁਨੀਆ ਬੜੀ ਹੈਰਾਨੀ ਨਾਲ ਸਭ ਹਿਰਦੇ ਵਿੱਚ ਹੈਰਾਨ ਹੋ ਕੇ ਵੇਖਦੇ ਐ।
ਕਾਨ ਸੁਨੈ ਸੋਊ ਦੌਰ ਮਿਲੈ ਨਰ। ਜਿਹੜਾ ਵੀ ਕੋਈ ਪ੍ਰਾਣੀ ਕੰਨੀ ਸੁਣਦਾ ਹੈ ਭੱਜਿਆ ਹੀ ਜਾਂਦਾ ਮਿਲਦਾ ਹੈ। ਬ੍ਰਿੰਦ ਭਏ ਸੰਗ ਸ੍ਰੀ ਸੁਖਦਾਈ। ਬਹੁਤ ਹੀ ਗੁਰੂ ਨਾਨਕ ਦੇਵ ਸੁੱਖਾਂ ਦੇ ਦਾਤੇ ਗਰੀਬ ਨਵਾਜ ਪਾਤਸ਼ਾਹ ਕੋਲੇ ਦੁਨੀਆ ਇਕੱਠੀ ਹੋ ਗਈ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ, ਜੋ ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ। ਪ੍ਰਥਮ ਮਹੱਲੇ ਪਹਿਲੇ ਮਹੱਲੇ ਵਿੱਚ ਨਦੀ ਪ੍ਰਵੇਸ਼ਨ ਪ੍ਰਸੰਗ, ਜੋ ਵੇਈ ਨਦੀ ਵਿੱਚ ਪ੍ਰਵੇਸ਼ ਹੋਣ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਅਸ਼ਟਦਸਮੋ ਮੰਦਰ ਹੈ। ਕਹਿੰਦੇ ਭਾਈ ਇੱਥੇ ਤੱਕ ਇਹ 18ਵਾਂ ਜਿਹੜਾ ਘਰ ਹੈ ਉਹ ਕਥਾ ਹੋਈ ਹੈ ਦੋਹਰਾ। ਅੱਗੇ 19ਵੇਂ ਘਰ ਦਾ ਪ੍ਰਸੰਗ ਕਹਿ ਰਹੇ। ਧਾਏ ਚਰਨ ਬਾਲਾ ਪਰਿਓ ਬਿਨਤੀ ਮੁਖੋ ਅਲਾਏ। ਭਾਈ ਬਾਲਾ ਜੀ ਵੀ ਦੌੜ ਕੇ ਚਰਨੀ ਪਏ ਮੁਖੋਂ ਬੇਨਤੀ ਕਰਦੇ ਹਨ। ਹੇ ਸਤਿਗੁਰ ਨਿਸ ਜੁਗ ਬਿਤੀ ਲੋਪ ਕਹਾਂ ਜੀ ਥਾਏ। ਹੇ ਸਤਿਗੁਰੂ ਜੀ, 2 ਰਾਤਾਂ ਬੀਤ ਗਈਆਂ, ਤੁਸੀਂ ਕਿਸ ਜਗ੍ਹਾ ਲੋਪ ਹੋ ਗਏ। ਸ੍ਰੀ ਸਤਿਗੁਰ ਤਬ ਬਰਨ ਕੀ ਪੁਨ ਵਿਸ਼ਨੂੰ ਕੀ ਗਾਥ। ਤਾਂ ਭਾਈ ਸ੍ਰੀ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਨੇ ਫਿਰ ਜਿਵੇਂ ਅਕਾਲ ਪੁਰਖ ਪਰਮੇਸ਼ਰ ਦੇ ਦਰ ਜਾਣਾ, ਵਰਨ ਦੇਵਤਾ ਕਿਵੇਂ ਲੈ ਕੇ ਗਿਆ, ਕਿਵੇਂ ਵਿਸ਼ਨੂੰ ਦੇ ਪੁਰੀ ਵਿੱਚ ਮਹਾਰਾਜ ਗਏ, ਉਹ ਸਾਰੀ ਜਿਹੜੀ ਕਥਾ ਹੈ। ਸ੍ਰੀ ਬਾਲੇ ਸੋ ਸਭ ਕਹੀ ਸੁਨ ਕਰ ਟੇਕਿਓ ਮਾਥ। ਉਹ ਭਾਈ ਬਾਲਾ ਜੀ ਨੂੰ ਸਾਰੀ ਦੱਸਤੀ, ਜਿਹਨੂੰ ਸੁਣ ਕਰਕੇ ਫਿਰ ਭਾਈ ਬਾਲਾ ਜੀ ਨੇ ਮੱਥਾ ਟੇਕਿਆ ਹੈ। ਸਵਈਆ ਮੰਦ ਹੀ ਮੰਦ ਮੁਕੰਦ ਅਏ ਪੁਰ। ਹੌਲੀ ਹੌਲੀ ਚੱਲਦੇ ਮੁਕਤੀ ਦਾਤੇ ਫਿਰ ਨਗਰ ਵਿੱਚ ਆ ਗਏ। ਭੇਖ ਫਕੀਰਨ ਹੈ ਸੋ ਬਨਾਏ। ਤੇ ਹੁਣ ਮਹਾਰਾਜ ਨੇ ਚੋਲਾ ਪਾ ਲਿਆ ਹੈ, ਫਕੀਰਾਂ ਵਾਲਾ ਭੇਸ ਬਣਾ ਲਿਆ ਹੈ। ਆਪਨ ਕੇ ਦਰ ਜਾਏ ਖਰੇ ਪ੍ਰਭ। ਆਪਣੇ ਦਰ ਤੇ ਜਾ ਕੇ ਸਤਿਗੁਰੂ ਜੀ ਘਰ ਦੇ ਕੋਲੇ ਖੜ ਗਏ। ਹੋਤ ਹਿਤੂ ਸੋ ਅਸੀਸ ਅਲਾਏ। ਜਿਹੜੇ ਕੋਈ ਭਾਈ ਹਿਤੂ ਹੈ, ਹਿਤੂ ਕਹੀਏ ਹਿੱਤ ਵਾਲੇ, ਭਾਵ ਪ੍ਰੇਮ ਨਾਲ ਸਤਿਗੁਰੂ ਜੀ ਨੇ ਅਸੀਸਾਂ ਕਹੀਆਂ ਹਨ। ਕਿਉਂ ਜਿਵੇਂ ਕੋਈ ਸਾਧੂ ਫਕੀਰ ਕਿਸੇ ਦਰ ਤੇ ਜਾ ਕੇ ਬੋਲਦਾ ਹੈ ਨਾ, ਇਉਂ ਮਹਾਰਾਜ ਨੇ ਕਹੇ। ਬਾਰ ਕਪਾਟ ਭਿਰੇ ਅਵਲੋਕ ਕੈ। ਜਿਹੜੇ ਭਾਈ ਬਾਰ, ਹੁਣ ਇੱਥੇ ਬਾਰ ਦਾ ਅਰਥ ਹੈ ਤਖਤੇ, ਦਰਵਾਜੇ। ਬਾਰ ਕਪਾਟ, ਬਾਰ ਦਾ ਅਰਥ ਬਣ ਗਿਆ ਦੁਕਾਨ ਦਾ ਦਰਵਾਜ਼ਾ। ਤੇ ਸਤਿਗੁਰੂ ਜੀ ਫਿਰ ਦੁਕਾਨ ਦੇ ਦਰਵਾਜ਼ੇ ਅੱਗੇ ਜਾ ਕੇ ਜਿਹੜੇ ਕਪਾਟ ਉਹ ਜਿਹੜੇ ਆ ਭਿਰੇ ਅਵਲੋਕ ਕੈ। ਤੇ ਇਸ ਤਰ੍ਹਾਂ ਆਪਨ ਕੇ ਦਰ ਜਾਏ ਖਰੇ ਪ੍ਰਭ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਇੱਥੇ ਭਾਈ ਇਹ ਸੋਚਣਾ ਨਹੀਂ, ਘਰ ਨਹੀਂ ਹੈ। ਆਪਨ ਦਾ ਅਰਥ ਹੁੰਦਾ ਦੁਕਾਨ। ਆਪਨ ਕੇ ਦਰ ਜਾਏ, ਮਹਾਰਾਜ ਸਿੱਧੇ ਜਿੱਥੇ ਮੋਦੀ ਖਾਨਾ ਹੈ ਨਾ, ਉਹ ਦਰ ਤੇ ਜਾ ਕੇ ਖੜ ਗਏ ਪਰਮੇਸ਼ਰ ਸਤਿਗੁਰੂ। ਹੋਤ ਹਿਤੂ ਸੋ ਅਸੀਸ ਅਲਾਏ। ਜਿੰਨੇ ਵੀ ਪ੍ਰੇਮੀ ਆ ਸਭ ਨੂੰ ਅਸੀਸਾਂ ਕਹਿ ਰਹੇ ਹਨ। ਬਾਰ ਕਪਾਟ ਭਿਰੇ ਅਵਲੋਕ ਕੈ। ਤੇ ਉਸ ਭਾਈ ਦੁਕਾਨ ਦੇ ਮੋਦੀ ਖਾਨੇ ਦੇ ਦਰਵਾਜ਼ੇ ਬੰਦ ਹੋਏ ਦੇਖ ਕੇ ਕਹਿਣ ਲੱਗੇ, ਬੂਝੇ ਹੈ ਦਾਸ ਸੋ ਐਸੇ ਬਤਾਏ। ਸੇਵਕ ਨੂੰ ਪੁੱਛਿਆ ਵੀ ਬੰਦ ਕਿਉਂ ਹੈ, ਤਾਂ ਉਹਨੇ ਦੱਸਿਆ, ਭਾਈ ਬਾਲਾ ਜੀ ਦੱਸਦੇ ਹਨ, ਖਾਨ ਕਰੀ ਨਿਜ ਪਾਨ ਸੋ ਬੰਦ। ਕਹਿੰਦੇ ਜੀ ਦੌਲਤ ਖਾਨੇ ਆਪਣੇ ਹੱਥੀਂ ਬੰਦ ਕਰ ਦਿੱਤੇ। ਕਹਿਓ ਬਿਨ ਨਾਨਕ ਕੋ ਨਾ ਖੁਲਾਏ। ਉਹਨੇ ਇਹ ਗੱਲ ਕਹੀ ਵੀ ਗੁਰੂ ਨਾਨਕ ਦੇ ਮਹਾਰਾਜ ਬਿਨਾਂ ਨਾ ਕੋਈ ਇਸ ਨੂੰ ਖੋਲੇ। ਸ੍ਰੀ ਸਤਿਗੁਰ ਸੁਣ ਕੈ ਨਿਜ ਪਾਨ ਸੋ। ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸੁਣ ਕੇ ਫਿਰ ਆਪਣੇ ਹੱਥੀਂ ਛੋਰ ਦੁਕਾਨ ਕੁਬਾਰ ਦਿਓ। ਆਪਣੇ ਹੱਥੀਂ ਹੀ ਛੋਰ ਦਾ ਅਰਥ ਹੈ ਛੱਡਣਾ, ਛੱਡ ਕੇ ਦੁਕਾਨ ਨੂੰ ਬਾਰ ਦਿਓ। ਇਉਂ ਭਾਈ ਫਿਰ ਜਿਹੜਾ ਹੈ ਬਾਰ, ਛੋਰ ਦੁਕਾਨ ਕੋ ਬਾਰ ਦਿਓ।
ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਇਹ ਦੁਕਾਨ ਨੂੰ ਛੱਡ ਕਰਕੇ ਹੱਥੀਂ ਫਿਰ ਉਹ ਜਿਹੜਾ ਹੈ ਦਰਵਾਜ਼ੇ ਨੂੰ ਖੋਲ ਦਿੱਤਾ ਜਾਂ ਬਾਰ ਦਿਓ। ਮਾਨਵ ਜੌਨ ਸੁਨੈ ਨਿਜ ਕਾਨਨ, ਜਿੰਨੇ ਵੀ ਲੋਕੀ ਹੈ ਜੋ ਵੀ ਆਪਣੇ ਕੰਨੀ ਸੁਣਦਾ ਹੈ, ਆਵਤ ਧਾਏ ਅਚੰਭ ਭਇਓ, ਉਹ ਭੱਜੇ ਆਉਂਦੇ ਨੇ, ਬੜਾ ਚੰਬਾ ਹੋ ਗਿਆ ਹੈ। ਬਾਸਰ ਦੋਏ ਰਹੇ ਮਦ ਨੀਰ ਕੇ, ਕਹਿੰਦੇ ਦੇਖੋ 2 ਰਾਤਾਂ ਪਾਣੀ ਵਿੱਚ ਹੀ ਰਹੇ ਹਨ। ਜੀਵਤ ਹੀ ਪੁਨ ਆਏ ਗਇਓ, ਕਹਿੰਦੇ ਜਿਉਂਦੇ ਹੀ ਹੁਣ ਬਾਹਰ ਆ ਗਏ ਹਨ। ਕਾਰਨ ਕੌਣ ਨ ਤੌਣ ਛੋਇਓ ਜਲ, ਐਸਾ ਕਿਹੜਾ ਕਾਰਨ ਹੈ ਜਿਹੜਾ ਇਹਨਾਂ ਦੇ ਸਰੀਰ ਨੂੰ ਪਾਣੀ ਨੇ ਛੋਇਆ ਨਹੀਂ। ਜਾਂ ਬਿਦ ਸੋ ਬਿਸਮਾਦ ਭਇਓ, ਇਸ ਕਰਕੇ ਉਹ ਹੈਰਾਨ ਵੀ ਹੁੰਦੇ ਆ, ਕਿਉਂਕਿ ਜਿਹਨੂੰ ਤਾਂ ਹੁਣ ਪਤਾ ਹੈ ਵੀ ਪਾਣੀ ਤਾਂ ਇੱਕ ਤੱਤ ਹੈ ਤੇ ਜਿਹੜਾ ਗੁਰਮੁਖੋ ਉਹ ਤਾਂ ਕ੍ਰਿਤ ਹੈ, ਕਰਤੇ ਦੀ। ਕ੍ਰਿਤ ਕਦੇ ਵੀ ਕਰਤੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ ਹੈ, ਕਰਤੇ ਨੂੰ ਨਹੀਂ। ਤੇ ਜਿੰਨੇ ਵੀ ਕੋਈ ਹੈ ਨਾ, ਜਦੋਂ ਕੋਈ ਗੁਰਮੁਖੋ ਕਰਤੇ ਨਾਲ ਅਭੇਦ ਹੋ ਜਾਂਦਾ ਹੈ, ਕੋਈ ਗੁਰਮੁਖ ਵੀ ਨਾਮ ਜਪ ਕੇ ਤੇ ਭੇਦ ਹੋਏ ਨੂੰ ਵੀ ਨਹੀਂ, ਇਹ ਗੱਲ ਤਾਂ ਪ੍ਰਤੱਖ ਹੈ। ਭਾਈ ਬਿਧੀ ਚੰਦ ਤਾਂ ਸਿੱਖ ਸੀ ਨਾ, ਪਰ ਭੱਠ 'ਚ ਬਹਿ ਗਿਆ, ਅੱਗ ਮੱਚੀ ਗਈ, ਉਹ ਵੀ ਨਹੀਂ ਮਚਾ ਸਕੀ, ਕਿਉਂਕਿ ਤੱਤ ਹੈ ਤੇ ਤੱਤ ਕਰਤੇ ਨੂੰ ਕਦੇ ਨੁਕਸਾਨ ਨਹੀਂ ਪਹੁੰਚਾ ਸਕਦਾ। ਬਿਧੀ ਚੰਦ ਕਰਤੇ ਦਾ ਰੂਪ ਹੋ ਗਏ ਸੀ 6ਵੇਂ ਪਾਤਸ਼ਾਹ ਦਾ, ਤੇ ਤੱਤ ਉਹਨੂੰ ਕਿਵੇਂ ਨੁਕਸਾਨ ਪਹੁੰਚਾ ਦੂਗਾ। ਇਸ ਕਰਕੇ ਉਹ ਤਾਂ ਉਹਦੇ ਹੁਕਮ 'ਚ ਹੈ ਸਾਰਾ ਕੁਝ। ਗਰੀਬ ਨਵਾਜ ਪਾਤਸ਼ਾਹ ਬਾਰੇ ਉਹਨੂੰ ਨਹੀਂ ਹੈ ਇਤਨੀ ਸੋਝੀ, ਤੇ ਉਹ ਹੈਰਾਨ ਵੀ ਹੁੰਦੇ ਹੈ ਕਿ ਇਹ ਕਿਸ ਤਰ੍ਹਾਂ ਹੋ ਗਿਆ। ਕੋਈ ਵੀ ਜਿਹੜਾ ਹੈ ਜ਼ਾਲਮ ਨਹੀਂ ਛੋਇਆ, ਇਸ ਤਰ੍ਹਾਂ ਹੈਰਾਨ ਹਨ। ਹੀਨ ਕਲੰਕ ਮਯੰਕ ਮਨੋ ਮੁਖ, ਹੀਨ ਕਲੰਕ ਮਯੰਕ ਨਾਮ ਹੈ ਚੰਦਰਮੇ ਦਾ, ਕਿ ਕਲੰਕ ਤੋਂ ਰਹਿਤ ਜਿਹੜਾ ਚੰਦਰਮਾ ਮਾਨੋ। ਰੰਕ ਬਿਲੋਕਤ ਹੈ ਕਰਣਾ ਸੋ, ਉਹ ਭਾਈ ਰੰਕ ਬਿਲੋਕਤ ਕੰਗਾਲ ਨੂੰ ਕਿਰਪਾ ਦੇ ਨਾਲ ਸਤਿਗੁਰੂ ਜੀ ਵੇਖ ਰਹੇ ਨੇ। ਵਾਕ ਕਹੈ ਇਵ ਰੰਕਨ ਸੋ ਮਨ, ਇਉਂ ਫਿਰ ਜਿਹੜੇ ਰੰਕ ਹਨ ਉਹਨਾਂ ਨੂੰ ਬਾਕ ਬਚਨ ਕਹੇ। ਹੋਏ ਨਿਸ਼ੰਕ ਨ ਕਰੋ ਭੈ ਕਾਸੂ, ਭਾਈ ਤੁਸੀਂ ਸ਼ੰਕੇ ਤੋਂ ਰਹਿਤ ਹੋ ਜੋ, ਕੋਈ ਕਿਸੇ ਤਰ੍ਹਾਂ ਦਾ ਭੈ ਨਾ ਕਰੋ। ਲੇਵੋ ਚਾਹੇ ਕੀ ਯਾਹੇ ਅਹੈ ਔਰ, ਜੋ ਵੀ ਕਿਸੇ ਦੀ ਹੁਣ ਕੋਈ ਚਾਹਨਾ ਹੈ, ਲੇਵੋ ਜਾਹੇ ਕੀ ਚਾਹੇ ਅਹੈ, ਜਿਹਦੀ ਕੋਈ ਹਿਰਦੇ ਦੀ ਚਾਹਨਾ ਉਹ ਤੁਸੀਂ ਲੈ ਲਓ। ਆਪ ਹੀ ਅੰਤਰ ਜਾਏ ਨਿਕਾਸੋ, ਆਪ ਹੀ ਅੰਦਰ ਚਲੇ ਜਾਓ ਮੋਦੀ ਖਾਨੇ ਦੇ, ਜੋ ਜੋ ਕਿਸੇ ਨੂੰ ਵਸਤੂ ਜ਼ਰੂਰਤ ਹੈ ਚੁੱਕ ਲਓ, ਕੱਢ ਲਓ। ਦੌਰ ਪਰੇ ਤੇ ਠੌਰ ਕਿਤੇ ਨਰ, ਇਹ ਲੋਕਾਂ ਸੁਣਨ ਦੀ ਦੇਰ ਸੀ, ਕਿੰਨੇ ਲੋਕੀ ਭੱਜ ਪਏ ਹਨ ਅੰਦਰ ਨੂੰ। ਲੂਟਤ ਸੋਜਹਿ ਰੌਰ ਪਰਾਸੂ, ਸੋਜ ਸਮਾਨ ਸਮੱਗਰੀ ਸਭ ਜੋ ਜੋ ਹੱਥ ਆਉਂਦਾ ਚੱਕ ਰਹੇ ਨੇ, ਬਹੁਤ ਰੌਲਾ ਪੈ ਗਿਆ। ਅੰਨ ਘਨੋ ਮਿਸਟਾਨ ਤੇ ਆਦ ਲੈ, ਬਹੁਤ ਅਨਾਜ ਹੋਰ ਮਿੱਠਾ ਤੇ ਘਿਓ ਇਤਿਆਦਿਕ। ਘਿਰਤ ਬੇਅੰਤ ਲੁਟੈ ਮਨ ਭਾਈ, ਘਿਓ ਇਤਿਆਦਿਕ ਬੇਅੰਤ ਭਾਈ ਮਨ ਭਾਉਂਦਾ, ਜੋ ਜੋ ਕਿਸੇ ਦੇ ਹੱਥ ਆਇਆ ਲਿਆ ਹੈ। ਲੇਵ ਹੈ ਬਾਸਨ ਪੈਸੇ ਕੋ ਪੁਨ, ਕੋਈ ਭਾਈ ਇਸ ਤਰ੍ਹਾਂ ਬਾਸਨ ਕਹੀਏ ਭਾਂਡਿਆਂ ਨੂੰ, ਕੋਈ ਮਾਇਆ ਜੋ ਵੀ ਕੁਝ ਹੱਥ ਆਉਂਦਾ ਉਹ ਲੈ ਰਹੇ ਹਨ। ਕਾਰਖਿੰਕ ਕੋ ਲੇਤ ਹੈ ਧਾਈ, ਕਾਰਖਿਕੰ ਕਹਿੰਦੇ ਹਨ ਜਿਵੇਂ ਕੋਈ ਰੁਪਈਏ, ਕਾਰਖ ਇਹ ਹੈ ਕੋਈ ਭਾਈ ਰੁਪਈਏ ਇਤਿਆਦਿਕ, ਜੋ ਕਹੇ ਭੱਜ ਭੱਜ ਕੇ ਸਾਰੇ ਉਹ ਲੈ ਰਹੇ ਹਨ। ਅੰਬਰ ਭਾਂਤ ਅਨੇਕਨ ਕੇ, ਅੰਬਰ ਕਹਿੰਦੇ ਬਸਤਰ ਹੈ ਜੋ ਬਹੁਤ ਤਰ੍ਹਾਂ ਦੇ, ਯਰੀ ਬਾਫ ਤੇ ਆਦ ਸਭੀ ਲੈ ਜਾਈ, ਕੋਈ ਜ਼ਰੀ ਦਾ, ਕੋਈ ਬਾਫ ਦਾ ਕਿ ਬਸਤਰਾਂ ਦੇ ਨੂੰ ਇਤਿਆਦਿਕ ਸਾਰੇ ਲੈ ਕੇ ਜਾ ਰਹੇ। ਤੋਟ ਨਾ ਆਏ ਅਤੋਟ ਭਈ, ਕੋਈ ਘਾਟਾ ਨਹੀਂ ਆਉਂਦਾ, ਟੁੱਟ ਹੈ ਸਾਰਾ ਕੁਝ ਉੱਥੇ, ਭਾਵ ਕੋਈ ਕੁਛ ਮੁੱਕ ਨਹੀਂ ਰਿਹਾ। ਸੁਰ ਧੇਨ ਕਿਦੋਂ ਮਨ ਚਿੰਤ ਸੁਹਾਈ, ਇਹ ਮਨ ਨੂੰ ਭਾਈ ਕਾਮ ਧੇਨ ਗਊ ਹੀ ਹੈ,
ਇਹ ਜੋ ਕਹਿੰਦੇ ਮਨ ਦੀਆਂ ਚਿੰਤਾ ਸਭ ਦੀਆਂ ਉਹ ਪੂਰੀਆਂ ਕਰ ਰਹੀ ਹੈ। ਉਹੀ ਆ ਕੇ ਜਿਵੇਂ ਸਾਰਿਆਂ ਨੂੰ ਸਭ ਜਿਹੜੀਆਂ ਵਸਤੂਆਂ ਨੇ ਦੇ ਰਹੀ ਹੈ। ਇਸ ਤਰ੍ਹਾਂ ਦਾ ਜਿਹੜਾ ਉੱਥੇ ਦਾ ਮਾਹੌਲ ਬਣਿਆ। ਤੇ ਫਿਰ ਗੁਰਮੁਖੋ ਜਾ ਕੇ ਦੌਲਤ ਖਾਂ ਕੋਲੇ ਸ਼ਿਕਾਇਤ ਕੀਤੀ, ਮੋਦੀ ਤਾਂ ਤੇਰਾ ਸਾਰਾ ਮੋਦੀ ਖਾਨਾ ਲੁਟਾਈ ਜਾਂਦਾ ਹੈ। ਜਦੋਂ ਹਿਸਾਬ ਕਿਤਾਬ ਹੋਇਆ ਸੀ, ਫਿਰ ਇਹ ਅਖੀਰਲਾ ਹਿਸਾਬ ਕਿਤਾਬ ਸੀ ਜਿਹਦੇ ਵਿੱਚ 760 ਰੁਪਏ ਮਹਾਰਾਜ ਦੇ ਵਧੇ ਸਨ ਤੇ ਉਹ ਸਤਿਗੁਰੂ ਨੇ ਵਰਤਾਤੇ ਸੀ। ਇਹ ਪ੍ਰਸੰਗ ਅੱਗੇ ਆਪਾਂ ਅਗਲਾ ਜਿਹੜਾ ਹੈ ਕੱਲ ਸਰਵਣ ਕਰਾਂਗੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।